ਕਮਿਸ਼ਨਰ ਸਾਹਿਬ ਹਾਂਜੀ ਦੋਸਤੋ, ਆਪਾਂ ਲਾਈਵ ਹੋਏ ਡੇਲੀ ਸਭ ਸੰਵਾਦ ਤੋਂ ਪਹਿਲਾਂ ਵੀਰ ਸਾਹਿਬ ਰੈੱਡ ਕ੍ਰਾਸ ਭਵਨ ਤੋਂ, ਅੱਜ ਜਿੱਥੇ ਜਿਹੜੀ ਸੰਖਿਆ ਹੈ ਕਾਰਪੋਰੇਸ਼ਨ ਹਾਊਸ ਦੀ ਮੀਟਿੰਗ ਕਾਉਂਸਲਰ ਸਾਹਿਬਾਨ ਚੱਲ ਰਹੀ ਦੀ ਹੈਗੀ ਹੈ, ਸ਼ੁਰੂ ਹੋਈ ਹੈ ਤੇ ਆਪਾਂ ਲਾਈਵ ਹੋਏ ਹੈਗੇ। ਜਿਹੜੀ ਇੰਨੀ ਘੱਟ ਹੈ, ਇਹ ਸਾਬਤ ਕਰਦੀ ਹੈ ਕਿ ਜਿਹੜੇ ਕਾਉਂਸਲਰ ਸਾਹਿਬਾਨ ਆ ਉਹਨਾਂ ਦਾ ਇਸ ਹੋਸ ਤੋਂ ਵਿਸ਼ਵਾਸ ਜਿਹੜਾ ਉੱਠ ਗਿਆ। ਇੱਥੇ ਆਣਾ ਨਾ ਇੱਕੋ ਹੀ ਗੱਲ ਹੈ। ਚਲੋ ਤੁਸੀਂ ਆਪਣੇ ਕਿਉਂਕਿ ਪੂਰਾ ਵਿਸ਼ਵਾਸ ਨਹੀਂ ਹੈ ਕਰੋ, ਸਾਡੇ ਪੂਰੇ ਹੀ ਨੇ, ਚਿੰਤਾ ਨਾ ਕਰੋ। ਤੁਸੀਂ ਆਪਣੀ ਗੱਲ ਕਰਿਆ ਕਰੋ, ਆਪਣੀ ਗੱਲ ਨਹੀਂ ਕਰੋ। ਤੁਹਾਡੀ ਪੀੜ ਤਾਂ ਹੈ ਨਹੀਂ ਹੁੰਦੀ ਸੀ, ਆਪਣੇ ਵਾਰ ਦੀ ਗੱਲ ਕਰੋ। ਤੁਸੀਂ ਆਪਣੀ ਵਿਸ਼ਵਾਸ ਦੀ ਗੱਲ ਕਰੋ, ਆਪਣੀ ਗੱਲ ਕਰੋ। ਤੁਹਾਡੀ ਵਿਸ਼ਵਾਸ ਦੀ ਗੱਲ ਕੀਤੀ ਗਈ ਹੈ, ਤੁਹਾਡਾ ਵਿਸ਼ਵਾਸ ਤੁਸੀਂ ਵੀ ਨਹੀਂ ਆਏ ਨਾ। ਮੇਰਾ ਕੰਮ ਆਪਣੀ ਗੱਲ ਨਹੀਂ, ਆਪਣੇ ਵਾਰ ਦੀ ਗੱਲ ਕਰੋ। ਜਿਹਦਾ ਵਿਸ਼ਵਾਸ ਸਾਰੀ ਦੁਨੀਆ ਤੋਂ ਉੱਠ ਗਿਆ, ਤੁਸੀਂ ਤਾਂ ਕਾਰਪੋਰੇਟ ਦੀ ਗੱਲ ਕਰਦੇ ਹੋ। ਆਪਣੇ ਵਾਰ ਦੀ ਗੱਲ ਕਰੋ ਸਰ, ਆਪਣੀ ਗੱਲ ਨਹੀਂ ਕਰਨੀ ਤੁਸੀਂ। ਮਿੰਟੂ ਜੀ ਉਹ ਸਾਰੇ ਗੱਲ ਤਾਂ ਸੁਣ ਲਓ। ਤੁਸੀਂ ਪਿਛਲੀ ਮੀਟਿੰਗ ਤੇ ਨਹੀਂ ਆਏ, ਤੁਹਾਡਾ ਵਿਸ਼ਵਾਸ ਨਹੀਂ, ਸਾਡਾ ਮੇਰਾ ਵਿਸ਼ਵਾਸ ਸਾਡਾ ਵਿਸ਼ਵਾਸ ਹੈ। ਦੇਖੋ ਜਿਹੜੀ ਗੱਲ ਤਾਂ ਕਰ ਲਾਂਗੇ ਤੁਸੀਂ ਆਪਣੀ ਗੱਲ ਕਰੋ, ਆਪਣੀ ਗੱਲ ਕਰੋ। ਮੈਂ ਸ਼ਹਿਰ ਦੀ ਗੱਲ ਕਰ ਲਗਾ ਜੀ। ਮੈਂ ਸ਼ਹਿਰ ਦੀ ਸਾਡਾ ਪੂਰਾ ਉਪ ਨੇਤਾ ਦੀ ਜ਼ਿੰਮੇਵਾਰੀ ਮੈਂ ਆਪਣੇ ਜੀਰੋ ਵਰਤਨ ਮੁੱਦੇ ਮੈਂ ਪਹਿਲਾਂ ਕਿਹੜੀ ਬੈਠੀ ਏਜੰਡਾ ਸ਼ੁਰੂ ਕਰਾਂ ਫਿਰ ਨਹੀਂ, ਫਿਰ ਤਾਂ ਮੈਂ ਏਜੰਡਾ ਸ਼ੁਰੂ ਕਰਦਾ। ਮੈਂ ਤੁਹਾਨੂੰ 2 ਮਿੰਟ ਵਾਸਤੇ ਕਹਿ ਰਿਹਾ, ਤੁਸੀਂ ਜੋ ਬੋਲਣਾ ਠੀਕ ਹੈ, ਤੂੰ ਦੀ ਬਾਤ ਬੋਲੋ। ਇਹ ਟੁਕੀ ਗੱਲ ਕੋਈ ਨਹੀਂ ਕਰਨੀ ਜੀ, ਸਾਡਾ ਪੂਰਾ ਵਿਸ਼ਵਾਸ ਹੈ। ਜੇ ਤੁਹਾਡੇ ਕੋਲ ਬੋਲਣ ਨੂੰ ਹੈ ਤਾਂ ਜ਼ਰੂਰ ਬੋਲੋ। ਇਹ ਤਾਂ ਗੱਲਾਂ ਦਾ ਫਾਇਦਾ ਨਹੀਂ। 31 ਨੰਬਰ ਜਿਹੜਾ ਮਤਾ ਹੈ ਉਹ ਤੇ ਬੋਲਣਾ ਚਾਹੁੰਦਾ ਹਾਂ। ਜਿਹੜਾ ਪਿਛਲੀ ਵਾਰ ਇੱਕ ਮਿੰਟ ਇਸ ਹੋਸ ਦੇ ਵਿੱਚ ਜਦ ਸਾਬਤ ਹੋ ਗਿਆ, ਇੱਕ ਪਾਸ ਕਰਕੇ ਭੇਜਿਆ, ਪਹਿਲਾਂ ਤਾਂ ਉਹਦੀ ਜਾਣਕਾਰੀ ਦਿਓ ਕਿ ਜਿਹੜਾ 31 ਨੰਬਰ ਮੁੱਦਾ ਮਤਾ ਸੀਗਾ ਉਹਦਾ ਕੀ ਬਣਿਆ। ਸਾਰੇ ਹੋਸ ਨੇ ਕਿਹਾ ਕਿ ਉਹ ਜਿਹੜਾ ਮੁੱਦਾ ਹੈ ਉਹ 'ਚ ਭ੍ਰਿਸ਼ਟਾਚਾਰ ਹੈ। ਤੁਹਾਡੀ ਚੇਅਰਪਰਸਨ ਨੇ ਵੀ ਕਿਹਾ, ਕਮੇਟੀ ਨੇ ਵੀ ਕਿਹਾ। ਉਹ ਕੇਸ ਜਿਹੜਾ ਲੱਗਾ, ਉਸ ਕੇਸ ਦੇ ਵਿੱਚ ਸਾਡੇ ਵੱਲੋਂ ਨਗਰ ਨਿਗਮ ਨੂੰ ਕੋਈ ਪੇਸ਼ ਹੋਇਆ ਜਾਂ ਮੁੱਦਾ ਰੱਦ ਤੇ ਉਹਦੇ ਬਾਰੇ ਦੱਸਿਆ ਜਾਏ। ਹੋਸ ਨੇ ਜਿਹੜਾ ਇੱਕਮਤ ਹੋ ਕੇ ਭ੍ਰਿਸ਼ਟਾਚਾਰ ਦੇ ਖਿਲਾਫ, ਐਡਵਰਟਾਈਜ਼ਮੈਂਟ ਦੇ ਖਿਲਾਫ ਜਿਹੜਾ ਇੱਕਮਤ ਹੋ ਕੇ, ਕੋਈ ਦੋ ਰਾਏ ਨਹੀਂ, ਉਹਦੇ ਵਿੱਚ ਜਿਹੜੀ ਇਹ ਕਾਰਵਾਈ ਉਹ ਕੀ ਹੈ ਕੀਤੀ ਜਾਂਦੀ ਹੈ। ਇੱਕ ਤਾਂ ਉਹ ਦੱਸਦਾ ਹੈ, ਬੈਠੋ ਦੰਦਾ ਬੈਠ। ਦੂਸਰਾ ਪੈਸਾ। ਦੇਖੋ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਦੇ ਡਿਵੈਲਪਮੈਂਟ ਦੇ ਕੰਮ ਚੱਲਦੇ ਹੋਏ, ਜਿੰਨੇ ਵੀ ਕੰਮ ਚੱਲਦੇ ਹੋਏ, ਜਿਹੜਾ ਚੌਂਕ ਹੈਗੇ ਨੇ 11 ਚੌਂਕ 22 ਕਰੋੜ ਰੁਪਏ, ਜਿਹੜਾ 20 ਕਰੋੜ ਰੁਪਏ ਲਾਇਆ, ਉਹ ਜਿਹੜਾ 2-2 ਕਰੋੜ ਰੁਪਏ ਦਾ ਕੰਮ ਕਿਆ ਮੁਕੰਮਲ ਹੋ ਗਿਆ। ਉਹਦੇ 'ਚ ਐਸਾ ਕੀ ਚੇਂਜ ਕੀਤਾ ਜਿੰਨਾ ਸ਼ਹਿਰ ਦੀ ਕੋਈ ਖੂਬਸੂਰਤੀ ਬਣੀ ਹੋਵੇ। ਦੂਸਰਾ, ਸਰਵੇ ਵਾਟਰ ਦਾ ਜਿਹੜਾ ਸਿਸਟਮ ਵੀ ਚਲਾਇਆ ਪੂਰੇ ਸ਼ਹਿਰ ਦੇ ਵਿੱਚ, ਸਾਰਾ ਸ਼ਹਿਰ ਪੱਟਦਾ ਹੈ। ਇਹ ਕਿੰਨੀ ਕੁ ਦੇਰ ਤੱਕ ਚੱਲਦਾ, ਕਿੰਨੀ ਦੇਰ ਤੱਕ ਇਹ ਕੰਪਲੀਟ ਹੋ ਜਾਏਗਾ। ਆਪਾਂ ਸ਼ਹਿਰ ਪੱਟਦਾ, ਜਿੱਥੋਂ ਪਾਣੀ ਆਣਾ ਹੈ ਕਿਆ ਉਧਰ ਲਾਈਨ ਸ਼ੁਰੂ ਹੋ ਗਈ, ਇੱਟਾਂ ਦੇ ਜਵਾਬ ਦਿੱਤਾ ਜਾਵੇ। ਦੂਸਰਾ, ਜਿਹੜਾ ਸਟਰੀਟ ਲਾਈਟ ਦਾ ਕੰਮ ਚੱਲਦਾ ਵਾ ਸਾਡਾ, ਮੀਡੀਆ ਵੀ ਕਹਿ ਰਿਹਾ, ਸਾਰਾ ਅਰਸ਼ਦ ਹੋਸ ਵੀ ਕਹਿ ਰਿਹਾ, ਸਾਰੇ ਅਸੀਂ ਕਹਿ ਰਹੇ ਹਾਂ ਕਿ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ। ਉਹਨਾਂ ਕਮੀਆਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾਂਦਾ। ਉਹ ਜਿਹੜਾ ਪ੍ਰੋਜੈਕਟ ਸੀਗਾ, ਜੇ ਮੰਨ ਲਓ 20 ਕਰੋੜ 'ਚ ਹੋ ਜਾਂਦਾ ਸੀ, ਉਹਨੂੰ 50 ਕਰੋੜ 'ਚ ਕਿਉਂ ਕੀਤਾ। ਪਿਛਲੀ ਹਾਊਸ ਦੀ ਮੀਟਿੰਗ 'ਚ ਜਿਹੜੀ ਆਪਣੀ ਰਿਜਲਟ ਪਾਰਕ 'ਚ ਹੋਈ ਸੀ, ਉਸ ਮੀਟਿੰਗ 'ਚ ਮੈਂ ਸਵਾਲ ਕੀਤਾ ਸੀ ਤੁਹਾਨੂੰ, ਮੇਰੇ ਸਾਹਿਬ ਕਿਹੜਾ ਪ੍ਰੋਜੈਕਟ ਹੈ, ਕਦ ਤੱਕ ਖਤਮ ਹੋ ਜਾਏਗਾ, ਤਾਂ ਮੈਨੂੰ ਜਵਾਬ ਦਿੱਤਾ ਗਿਆ ਸੀ ਕਿ ਇਹ ਪ੍ਰੋਜੈਕਟ ਜਿਹੜਾ ਦੀਵਾਲੀ ਤੋਂ ਪਹਿਲਾਂ ਖਤਮ ਹੋ ਜਾਏਗਾ, ਪਿਛਲੀ ਦੀਵਾਲੀ। ਸਰਵਿਸਮੈਂਟ ਗੱਲ ਕਰ ਰਹੇ ਹੋ। ਨਹੀਂ, ਦੂਸਰਾ LED ਪ੍ਰੋਜੈਕਟ ਉਹ ਨਾ ਦੇ, ਉਹ ਕੰਪਨੀ ਆਪਣੇ ਟਰਮ ਐਂਡ ਕੰਡੀਸ਼ਨ ਤੇ ਚੱਲਦੀ ਰਹੀ ਹੈ। ਜੋ ਤੁਸੀਂ ਕਿਹਾ ਸੀ 30 ਮੀਟਰ ਦੇ ਡੈਕ ਦੇ ਵਿੱਚ ਲਾਈਟ ਲੱਗਣੀ ਹੈ, ਨਵਾਂ ਖੰਭਾ ਲੱਗਣਾ, ਅੱਜ 1.5 ਸਾਲ ਤੋਂ ਉੱਪਰ ਹੋ ਗਿਆ ਕੰਮ ਕਰਦੀਆਂ। ਉਹ ਆਪਣੀ ਮਨਮਰਜ਼ੀ ਨਾਲ ਕੰਮ ਕਰਦੀ ਪਈ ਹੈ। ਸਾਰੇ ਅਸੀਂ ਇਸ ਪ੍ਰੋਜੈਕਟ ਤੋਂ ਦੁਖੀ ਹਾਂ। ਤੁਸੀਂ ਪਿਛਲੇ ਪ੍ਰੋਜੈਕਟ ਬਿਨਾਂ ਕਿਸੇ ਕਾਰਨ ਤੋਂ LED ਪ੍ਰੋਜੈਕਟ ਨੂੰ ਤੁਸੀਂ ਰੱਦ ਕਰਤਾ। ਇਹਦੇ 'ਚ ਤਾਂ ਕਾਰਨ ਹੈ, ਇਹਦੇ 'ਚ ਬੜਾ ਵੱਡਾ ਨੁਕਸਾਨ ਹੋਇਆ, ਸ਼ਹਿਰ ਨੂੰ ਕੋਈ ਫਾਇਦਾ ਨਹੀਂ ਇਹਦਾ ਹੋਇਆ। ਇਹ ਕੰਮ ਜਿਹੜਾ 20 ਕਰੋੜ 'ਚ ਕਰਾਇਆ ਗਿਆ ਸੀ, ਜਿਹੜਾ 50 ਕਰੋੜ ਰੁਪਇਆ ਉੱਤੇ ਬਰਬਾਦ ਕਰਤਾ। ਕੰਪਨੀ ਦੀ ਕੋਈ ਸੁਣਵਾਈ ਨਹੀਂ। ਮੈਂ ਹੁਣ ਆਪਣੀ ਵਾਰ ਦੀ ਗੱਲ ਕਰਨਾ ਵਾ। ਕੰਪਨੀ ਦੇਖੋ ਕਿੰਨਾ ਭੇਦਭਾਵ ਕਰ ਰਹੀ ਹੈ ਲਾਈਟਾਂ ਲਾਉਣ 'ਚ। ਲਾਈਟ ਲਾਉਣ ਵਾਸਤੇ ਮੈਂ ਪਿਛਲੇ 3-4 ਮਹੀਨੇ ਤੋਂ ਕਹਿ ਰਿਹਾ, ਕਮਿਸ਼ਨਰ ਸਾਹਿਬ ਦੇ ਧਿਆਨ 'ਚ ਵੀ ਹੈ। 10 ਦਿਨਾਂ ਬਾਅਦ 20 ਦਿਨਾਂ ਬਾਅਦ ਲਾਈਟਾਂ ਲੱਗ ਜਾਣਗੀਆਂ। ਸਾਰੇ ਕੌਂਸਲ ਸਾਹਿਬ ਆਪਣੇ ਆਪਣੇ
ਦਫ਼ਤਰ ਜੋ ਲੈਟਾਂ ਲਵਾਉਂਦੇ ਨੇ ਸਾਰਾ ਕੰਮ ਕਰਦੇ। ਸਾਨੂੰ 2 ਕਾਉਂਸਲਰ ਚਰਨਜੀਤ ਕੌਰ ਸੰਤਾ ਜੀ ਤੇ ਮੈਂ ਆ 2 ਵਾਟਾਂ ਸਾਡੀਆਂ ਰਹਿ ਗਈਆਂ। 3 ਵਾਟਾਂ ਸਿਰਫ ਬੀਜੇਪੀ ਦੇ ਜਿਹੜੇ ਪਾਰਸ਼ਦ ਆ ਉਹਨੇ ਸ਼ੁਰੂ ਨਹੀਂ ਹੋਈਆਂ। ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਲਾਈਟਾਂ ਤਿਆਰ ਹੋ ਕੇ ਉਹ ਲੱਗ ਰਹੀਆਂ। ਉਹਨਾਂ ਦੇ ਮੁਤਾਬਕ ਸਾਨੂੰ ਕੀ ਕਿਹਾ ਜਾਂਦਾ ਹੈ ਕਿ ਤੁਸੀਂ ਫੋਨ ਆਉਂਦਾ ਕਿ ਹਾਂਜੀ ਲਾਈਟਾਂ ਜਿਹੜੀਆਂ ਨੇ ਭਾਈ ਰੱਖੋ ਕਿੱਥੇ ਖਾਣੀ। ਉਸ ਤੋਂ ਬਾਅਦ ਫੋਨ ਆਉਂਦਾ ਕਿ ਲਾਈਟ ਜਿਹੜੀ ਹੈ ਕਿਸੇ ਹੋਰ ਜਗ੍ਹਾ ਤੇ ਰੱਖਣੀ ਹੈ। ਤੀਜੀ ਵਾਰੀ ਕਿਹਾ ਜਾਂਦਾ ਕਿ ਲਾਈਟਾਂ ਹੈ ਹੀ ਨਹੀਂ। ਚੌਥੀ ਵਾਰੀ ਲਾਈਟਾਂ ਆਪਣੇ ਆਪ ਵਾਰਸ ਲੱਗਣੀਆਂ ਸ਼ੁਰੂ ਹੋਈਆਂ। ਇੱਕ ਦੋ ਦਾ ਕੋਈ ਸਮਝ ਨਹੀਂ ਲੱਗਦੀ ਵੀ ਉਹ ਲਾਈਟ ਖਾਣੀ ਕਰੀਏ। ਜਿੱਥੇ 70 ਵਾਰ ਦੀ ਲਾਣੀ ਉੱਥੇ 35 ਵਾਰ ਦੀ ਲੱਗੀ ਹੈ। ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ। ਕੋਈ ਤੁਸੀਂ ਅੱਜ ਦੀ ਡੇਟ 'ਚ ਸ਼ਿਕਾਇਤ ਕਰ ਲਓ, ਸ਼ਿਕਾਇਤ ਦਾ ਕੋਈ ਹੱਲ ਨਹੀਂ। ਜਿਸ ਕੰਪਨੀ ਦੇ ਕੋਲ ਕੋਈ ਪੌੜੀ ਨਹੀਂ ਹੈਗੀ, ਕੋਈ ਇੰਫਰਾਸਟ੍ਰਕਚਰ ਨਹੀਂ ਹੈਗਾ, ਐਸੀ ਘਟੀਆ ਕੰਪਨੀ ਨੂੰ ਤੁਸੀਂ ਸਾਡਾ ਪ੍ਰੋਜੈਕਟ ਦੇ ਕੇ ਸ਼ਾਇਦ ਨੂੰ ਕਿਤੇ ਨਾ ਕਿਤੇ ਪਿੱਛੇ ਕੋਈ ਐਸਾ ਪ੍ਰੋਜੈਕਟ ਨਹੀਂ ਹੈਗਾ ਕਿ ਜਿਹਦੇ ਨਾਲ ਆਪਾਂ ਨੂੰ 25 ਸਾਲ ਦਾ ਸਮਾਨ ਸ੍ਰੀ 'ਚ ਆਉਣ ਵਾਲੇ 25 ਸਾਲਾਂ ਨੂੰ ਧਿਆਨ 'ਚ ਰੱਖ ਕੇ ਕੰਮ ਕਰਨਾ ਸੀ। ਐਸਾ ਕੋਈ ਪ੍ਰੋਜੈਕਟ ਨਹੀਂ ਜਿਹਦੇ 'ਚ ਕੋਈ ਆਉਣ ਵਾਲੇ ਸਮੇਂ 'ਚ 25 ਸਾਲਾਂ ਦਾ ਕੋਈ ਧਿਆਨ ਰੱਖਿਆ ਹੋਵੇ। ਪਿਛਲੀ ਸਰਕਾਰ 'ਚ 10 ਸਾਲ ਸਰਕਾਰ ਕੀ ਹੈ, ਅਸੀਂ ਜਿੰਨੇ ਸ਼ਹਿਰ ਦੇ ਵਿੱਚ ਪੁਲ ਬਣੇ ਤੇ ਸਾਰੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਬਣਾ ਕੇ ਦਿਖਾਏ ਨੇ। ਉਹਦੇ ਫਾਇਦੇ ਉਹਦਾ ਫਾਇਦਾ ਹੋ ਗਿਆ। ਭਾਜੀ ਬੇੜਾ ਕਰ ਦਿੱਤਾ ਕਾਲੀ ਦਲ ਬੀਜੇਪੀ ਦਾ ਕੀ ਕਰਦੇ ਹੋ? ਉਹ ਤੁਸੀਂ ਕਰਦੇ ਹੋ ਤੁਸੀਂ ਦੱਸੋ ਨਹੀਂ, ਤੁਸੀਂ ਦੱਸੋ ਮੈਂ ਤਾਂ ਕਹਿ ਰਿਹਾ ਕਾਲੀ ਦਲ ਬੀਜੇਪੀ ਨੇ ਜਿਹੜਾ ਗਰਮ ਕੀਤਾ ਸ਼ਹਿਰ ਦਾ ਬਾਕੀ ਇਸ ਗੱਲ ਦਾ ਤੁਸੀਂ ਉਹ ਤੁਸੀਂ ਤੁਸੀਂ ਮੈਨੂੰ ਤੁਸੀਂ ਕਰਵਾਇਆ ਉਹ ਮੈਂ ਕਿਹਾ ਨਜ਼ਰ ਤੇ ਹੋਵੇ, ਨਜ਼ਰ ਤੇ ਹੋਵੇ। ਮੈਂ ਕਿਹਾ ਵਿਕਾਸ ਨਜ਼ਰ ਤੇ ਹੋਵੇ। ਮੈਂ ਕਿਹਾ ਨਜ਼ਰ ਕੀਤਾ। ਮੈਂ ਕਿਹਾ ਬੋਲਣ ਦਿੱਤਾ ਜਾਵੇ। ਕੋਈ ਮੁੱਦੇ ਦੀ ਗੱਲ ਕਰੋ, ਮੁੱਦੇ ਦੀ ਗੱਲ ਕਰੋ। ਇਹਨਾਂ ਸਮਝਾਉਣਾ ਕਿਹੜੀ ਗੱਲ ਕਰ ਇਹਨਾਂ ਨੂੰ ਸਮਝਾ ਕੇ ਰੱਖੋ। ਦੇਖੋ ਇਲੈਕਸ਼ਨ ਖੇਤੇ ਆ, ਇਲੈਕਸ਼ਨ ਮੇਰ ਸਾਹਿਬ ਦੇਖੋ ਕੋਈ ਮੂਵਿੰਗ ਦਾ ਪ੍ਰਬੰਧ ਨਹੀਂ ਹੈਗਾ ਸ਼ਹਿਰ ਦੇ ਵਿੱਚ। ਸਟਰੀਟ ਲਾਈਟਾਂ ਬਿਲਕੁਲ ਬੰਦ ਨੇ। ਜਿਹੜੀਆਂ ਸਟਰੀਟ ਲਾਈਟਾਂ ਵਾਟਾਂ ਦੇ ਵਿੱਚ ਮੈਨੂੰ ਤਾਂ ਬੈਠ ਸ਼ਹਿਰ ਦੇ ਵਿੱਚ ਗੱਲ ਸੁਣੋ। ਮੇਰੇ ਸਾਥ ਸੁਣ ਲਓ। एजेंडा शुरू कर लगा कुमार की कोई जवाब नहीं लेना तो मैं मीटिंग शुरू कर लगा। बैठ जाओ बैठ जाओ बैठ जाओ।
ਫਿਰ ਮੇਰ ਸਾਹਿਬ ਅੱਧਾ ਘੰਟਾ ਹੋ ਗਿਆ ਜੱਗਾ ਫੜਿਆ ਜਾਵੇ ਜੀ ਤੁਸੀਂ ਆਹ ਕੋਈ ਗੱਲ ਨਹੀਂ ਹੈਗੀ ਜਵਾਬ ਦਿਓ ਮੇਰੇ ਸਾਹਿਬ ਗੱਲ ਕਰੇ ਮੈਨੂੰ ਖਾਲੀ ਨਹੀਂ ਮੌਕੇ ਨਹੀਂ ਮੈਡਮ ਬੈਠ ਜਾਓ ਜਵਾਬ ਤਾਂ ਮਿਲਣਾ ਤੇ ਮੈਂ ਏਜੰਡਾ ਸ਼ੁਰੂ ਕਰਨਾ ਮੇਰੀ ਗੱਲ ਤਾਂ ਸੁਣ ਲਓ ਮੇਰਾ ਨਹੀਂ ਮੈਂ ਗੱਲ ਸੁਣ ਲਈ ਹੈ ਤਾਂ ਸਾਡੇ ਵਾਰਡ 'ਚ ਮੇਰਾ ਹੋਇਆ ਹੈ ਸਾਡੇ ਵਾਰਡ 'ਚ ਕੋਈ ਐਲਈਡੀ ਨਹੀਂ ਹੈ ਚਲੋ ਏਜੰਡਾ ਸ਼ੁਰੂ ਕਰਾਂਗੇ ਮੈਂ ਤੁਹਾਨੂੰ ਕਹਿੰਦਾ ਤੂੰ ਜਵਾਬ ਦੇ ਰਿਹਾ ਹਰੇਕ ਹੀ ਇਹਨਾਂ ਬਿਠਾਓ ਮੇਰਾ ਡਿਫਰੈਂਟ ਮੈਟਰ ਹੈਗਾ ਐਲਈਡੀ ਲਾਈਟਸ ਆਇਆ ਮੇਰੇ ਵਾਰਡ 'ਚ 4 ਦਿਨ ਪਹਿਲਾਂ ਆਏ ਆ ਤੁਹਾਨੂੰ ਜਵਾਬ ਮਿਲ ਜਾਂਦਾ ਰਕੇਸ਼ ਕੁਮਾਰ ਜੀ ਜਿਹੜੇ ਹੈਗੇ ਜਵਾਬ ਦੇ ਰਹੇ ਤੁਹਾਨੂੰ ਜਵਾਬ ਦੇ ਰਹੇ ਹਾਂ ਤੁਹਾਨੂੰ ਜਵਾਬ ਦੇ ਰਹੇ ਹਾਂ ਪਹਿਲਾਂ ਕੀ ਹੋ ਰਿਹਾ ਉਹ ਤਾਂ ਸੁਣੋ ਪਹਿਲਾਂ ਮੈਂ ਸੁਣ ਲਈ ਗੱਲ ਹੁੰਦੀ ਪਹਿਲੀ ਜਵਾਬ ਤੁਹਾਡੀ ਰਕੇਸ਼ ਕੁਮਾਰ ਜੀ ਆਏ ਆ ਕਹਿੰਦੇ ਤੁਹਾਡੇ ਵਾਰਡ 'ਚ ਐਲਈਡੀ ਲਾਈਟਸ ਲਾਉਣੀ ਅਸੀਂ ਜਗ੍ਹਾ ਦੇਖਣ ਆ ਰਹੇ ਆ ਕੰਪਨੀ ਦਾ ਮੁੰਡੇ ਰਾਜ ਚੌਧਰੀ ਅਮਨ ਤੇ 2 ਮੁੰਡੇ ਹੋਰ ਆਏ ਤੇ ਉਹ ਸਾਡੇ ਘਰ ਆਏ ਤੇ ਲਾਈਟ ਵਗੈਰਾ ਦੇਖ ਕੇ ਗਏ ਕਿੱਥੇ ਰੱਖਣੀਆਂ ਠੀਕ ਹੈ ਉਹ ਤੋਂ ਬਾਅਦ ਜੀ ਉਹੀ ਤਾਂ ਵੇਖ ਨੂੰ ਦੱਸੀ ਪਹਿਲਾਂ ਗੱਲ ਸੇਮ ਗੱਲ ਹੀ ਹੈ ਮੇਰੇ ਨਾਲ 4 ਦਿਨ ਪਹਿਲਾਂ ਹੋਈ ਨਾ ਉਹਨਾਂ ਦੀ ਤਾਂ ਪੁਰਾਣੀ ਹੋ ਗਈ ਹੁਣ ਅੱਛਾ ਪੁਰਾਣੀ ਮੈਂ ਹੁਣ ਤਾਜੀ ਸੁਣਾ ਰਹੀ ਤੁਹਾਨੂੰ ਅੱਛਾ ਤੇ ਉਹਨਾਂ ਨੇ ਜੀ ਕਹਿੰਦੇ ਕਿ ਆ ਰਹੇ ਤੁਹਾਡੇ ਲਾਈਟਸ ਰੱਖਣੀਆਂ ਠੀਕ ਹੈ 2-3 ਦਿਨ ਲਾਰਾ ਲਾਉਂਦੇ ਨੇ ਅਸੀਂ ਫੋਨ ਕਰਦੇ ਰਹੇ ਹਾਂ ਤੇ ਰਕੇਸ਼ ਕੁਮਾਰ ਜੀ ਕਹਿੰਦੇ ਮੈਂ ਤੁਹਾਡੇ ਵਾਰਡ ਦਾ ਜਈ ਨਹੀਂ ਠੀਕ ਹੈ ਜੀ ਫਿਰ ਉਹਨਾਂ ਦੀ ਸਾਡੇ ਕੋਲ ਰਿਕਾਰਡਿੰਗ ਆ ਉਹ ਕਹਿੰਦੇ ਮੈਂ ਰਿਕਾਰਡਿੰਗ ਆ ਮੇਰੇ ਕੋਲ ਕਹਿੰਦੇ ਐਸੀ ਸਾਹਿਬ ਨੇ ਸਤਿੰਦਰ ਸਾਹਿਬ ਨੇ ਮਨਾ ਕੀਤਾ ਕਿ ਕੌਂਸਲਰ ਸਾਹਿਬ ਦੇ ਵਾਰਡ 'ਚ ਨਹੀਂ ਰੱਖਣੀਆਂ ਉਹਨਾਂ ਦੇ ਘਰ ਨਹੀਂ ਰੱਖਣੀਆਂ ਸਾਨੂੰ ਪੁੱਛੋ ਕਿੱਥੇ ਰੱਖਣੀਆਂ ਨਹੀਂ ਪੁੱਛਿਆ ਤੀਜੀ ਜਗ੍ਹਾ ਤੇ ਰੱਖੀਆਂ ਕਿੱਥੇ ਰੱਖੀਆਂ ਸਾਨੂੰ ਦੱਸਿਆ ਜਾਵੇ ਕਿੰਨੀਆਂ ਰੱਖੀਆਂ ਬੈਠੋ ਕੱਲ ਲੱਗਣੀਆਂ ਵੀ ਸ਼ੁਰੂ ਹੋ ਗਈਆਂ ਬਿਨਾਂ ਕੌਂਸਲਰ ਤੁਸੀਂ ਪੱਕ ਕਰਦੇ ਆ ਜੇ ਹੁਣ ਅਸੀਂ ਜੇ ਚੁੱਪ ਕਰਕੇ ਤੁਹਾਡੇ ਨਾਲ ਪੂਰਾ ਅਸੀਂ ਕਹਿੰਦੀ ਤੁਹਾਡੇ ਵੀ ਲੱਗ ਜਾਂਦੀ ਹੈ ਬਹਿ ਜਾਓ ਹੁਣ ਪਲੀਜ਼ ਮੜਾ ਪਲੀਜ਼ ਸਾਹਿਬ ਦੀ ਬਾਰੀ ਮੇਰੇ ਬਾਤ ਦੀ ਗੱਲ ਹੈ ਹੁਣ ਕਿਉਂ ਕਹਿੰਦੇ ਹੋ ਮੇਰੇ ਬਾਤ ਦੀ ਗੱਲ ਹੈ ਹੁਣ ਲੱਗੀਆਂ ਲੱਗੀਆਂ ਕੱਟ ਭਾਈ ਵੀਰੇ ਤੁਹਾਡੇ ਲੱਗੀਆਂ 2 ਮਿੰਟ ਬੈਠ ਜਾਓ ਜਸਨ ਮੇਰ ਸਾਹਿਬ ਸਾਹਿਬ 2 ਮਿੰਟ ਮੇਰ ਸਾਹਿਬ ਬੇਨਤੀ ਇਹ ਆ ਕਿ ਚਲੋ ਦੀਵਾਲੀ ਸਿਰ ਤੇ ਆ ਕਿ ਸ਼ਹਿਰ ਸਾਡੇ ਦੇ ਵਿੱਚ ਆਪਾਂ ਦੀਵਾਲੀ ਸ਼ਹਿਰ ਸਾਡੇ ਦੇ ਵਿੱਚ ਹਨੇਰਾ ਆ। ਸੁਣੋ ਗੱਲ ਭੈਣ ਜੀ ਮੈਂ ਸੁਣੋ ਗੱਲ ਇਹ ਜ਼ਰੂਰੀ ਆ ਸ਼ਹਿਰ ਵਾਸਤੇ ਆ ਤੁਹਾਡੀ ਮੈਂ ਨਹੀਂ ਟੋਕੂਗੀ ਬੈਠ ਜਾਓ 2 ਮਿੰਟ ਜਸਨ ਸਾਹਿਬ ਮੇਰੀ ਬੇਨਤੀ ਸੁਣੋ ਇੱਕ ਮਿੰਟ ਥੋੜਾ ਜਿਹਾ ਬੋਲ ਜਾਂਦੇ ਕਰੋ ਬਸ ਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਬਾਕੀ ਤੁਸੀਂ ਕੱਲ ਭਰਾ ਸਾਹਿਬ ਲੈਣੀ ਜਿਹੜੀ ਕਰਨੀ ਮੇਰ ਸਾਹਿਬ ਜਿਹੜਾ ਜਲੰਧਰ ਦੇ ਫਾਇਰ ਬ੍ਰਿਗੇਡ ਨੂੰ ਸਰ ਪਹਿਲਾਂ ਮੇਰ ਸਾਹਿਬ ਜਿਹੜਾ ਜਲੰਧਰ ਫਾਇਰ ਬ੍ਰਿਗੇਡ ਦੇ ਮੈਂ ਚੇਅਰਮੈਨ ਹਾਂ ਤੇ ਕੋਈ ਜਲੰਧਰ ਨੂੰ ਕੁਝ ਵਧੀਆ ਚੀਜ਼ਾਂ ਮਿਲੀਆਂ ਉਹਦੀ ਮੈਂ ਰਿਕੁਐਸਟ ਕਰੀ ਸੁਣ ਲਓ ਸ਼ਹਿਰ ਤੋਂ ਦੀਵਾਲੀ ਸਿਰ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਫੈਸਲਾ ਕਰ ਲੈਂਦੇ ਹੋ ਜਸਨ ਸਾਹਿਬ ਵੀ ਕਰ ਲਿਓ ਗੱਲ ਕਰ ਲਿਓ ਜੀ ਅਕਸਰ ਕਰ ਦੂੰਗਾ ਡਿਵੈਲਪਮੈਂਟ ਬਾਅਦ ਚ ਦੱਸਿਓ ਸਾਡਾ ਜਵਾਬ ਆ ਲੈਣ ਦਿਓ ਵੀਰੇ ਫਿਰ ਤੁਸੀਂ ਜੋ ਮਰਜ਼ੀ ਬੋਲੀ ਹਾਂਜੀ ਸਰ ਜਵਾਬ ਦਿਓ ਬੈਠੋ ਜਵਾਬ ਦੇਗੇ ਨਾ ਬੈਠ ਜਾਓ ਸਹੀ ਜਵਾਬ ਦੇਈਏ ਨਹੀਂ ਤਾਂ ਨੀਚੇ ਹੀ ਬੈਠੇ ਮੇਰ ਸਾਹਿਬ ਮੈਂ 2 ਮਿੰਟ ਲੈ ਲਵਾਂ ਜੀ ਮੇਰ ਸਾਹਿਬ ਆ ਗਿਆ ਜਸਨ ਸਾਹਿਬ ਜਵਾਬ ਦੇ ਲਾਂ ਦੋ ਤੁਹਾਡੀ ਤਾਂ ਕੋਈ ਗੱਲ ਹੀ ਨਹੀਂ ਮੈਂ ਕਹਿੰਦਾ ਤੁਹਾਡਾ ਕੋਈ ਕਹਿਣ ਤਾਂ ਬ੍ਰੇਕ ਬੈਠ ਗਿਆ ਯਾਰ ਕਮਿਸ਼ਨਰ ਦੱਸੋ ਜੀ ਤਿੰਨ ਮੁੱਦਾ ਦਾ ਕੀ ਆ ਤੇ ਐਲੀਗੇਟ ਕੀ ਦੱਸੋ ਸਭ ਕੁਆਟਰ ਦਾ ਤਿੰਨੇ ਪਾਰਟ ਹੈਗੇ ਇਹਨਾਂ ਦੇ ਸਰ ਇਹ ਵੀ ਦੱਸਿਆ ਜਾਵੇ ਕਿਹਨੇ ਹਦਾਇਤਾਂ ਦਿੱਤੀਆਂ ਆ ਕਿ ਤੁਹਾਡੇ ਕਾਉਂਸਲਰ ਸਾਹਿਬ ਦੀ ਸਹਿਮਤੀ ਤੋਂ ਬਗੈਰ ਲਾਈਟਾਂ ਲਾਉਣੀਆਂ ਦੱਸਿਆ ਗਿਆ ਖਬਰ ਤੇ ਕਰ ਲਓ ਥੋੜਾ ਜਿਹਾ ਜਵਾਬ ਦੇ ਲਿਓ ਸਰਕਾਰੀ ਹਾਊਸ ਅਤੇ ਹਾਊਸ ਦੇ ਸਾਰੇ ਮੈਂਬਰ ਜਿਹਦੇ ਵਿੱਚ ਮਾਨਯੋਗ ਮੇਅਰ ਸਾਹਿਬ ਮਾਨਯੋਗ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਸਾਹਿਬ ਅਤੇ ਪ੍ਰੈਸ ਦੇ ਸਾਰੇ ਨੁਮਾਇੰਦੇ ਮੈਂ ਜਿਹੜੇ ਵਰੇਸ਼ ਮਿੰਟੂ ਜੀ ਨੇ ਸਵਾਲ ਚੱਕੇ ਨੇ 3-4 ਉਹਦਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਤੁਹਾਨੂੰ ਉਹਦਾ ਬਾਰੇ ਦੱਸਦਾ ਪਹਿਲਾਂ ਤਾਂ ਇਹਨਾਂ ਨੇ ਰੱਖਿਆ ਸੀ ਕਿ ਜਿਹੜਾ 24/7 ਵਾਟਰ ਸਪਲਾਈ ਦੇ ਵਿੱਚ ਜਿਹੜੀਆਂ ਪਾਈਪਾਂ ਪੈ ਰਹੀਆਂ ਨੇ ਜਿਹਦੇ ਵਿੱਚ ਸ਼ਹਿਰ ਦਾ ਜਿਹਦੇ ਵਿੱਚ ਕਾਫੀ ਜਗ੍ਹਾ ਤੇ ਜਿਹੜੀ ਹੈਗੀ ਡਿਗਿੰਗ ਹੋਈ ਹੈ ਤੇ ਪਾਈਪਾਂ ਦਾ ਲੇਆਊਟ ਦਾ ਕੰਮ ਚੱਲਦਾ ਪਿਆ ਉਹਦੇ ਵਿੱਚ ਇੱਕ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਜਿੱਦਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਹੈਗਾ ਫਿਊਚਰਿਸਟਿਕ ਪ੍ਰੋਜੈਕਟ ਕੋਈ ਨਹੀਂ ਲੱਗਿਆ ਇਹ ਇੱਕ ਫਿਊਚਰਿਸਟਿਕ ਪ੍ਰੋਜੈਕਟ ਇਹੋ ਜਿਹਾ ਹੈਗਾ ਕਿ ਜਿਹੜੇ ਲੋਕੀ ਜਿਹੜੇ ਹੈਗੇ ਆ ਇਸ ਹਾਊਸ ਨੂੰ ਅਤੇ ਇੱਥੋਂ ਦੇ ਬੈਠੇ ਮੈਂਬਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਨਗੀਆਂ ਕਿ ਜਦੋਂ 24 ਘੰਟੇ ਪਾਣੀ ਆਪਣੇ ਨਲਕਿਆਂ ਦੇ ਵਿੱਚ ਆਏਗਾ। ਇਹ ਪ੍ਰੋਜੈਕਟ ਜਿਹੜਾ ਇਹਦੇ 2 ਪਾਰਟ ਨੇ। ਪਹਿਲਾ ਪਾਰਟ ਇਹਦਾ ਜਿਹੜਾ ਹੈਗਾ 2023 ਦੇ ਵਿੱਚ ਖਤਮ ਹੋਣਾ ਹੈ
ਉਸ ਤੋਂ ਬਾਅਦ ਜਿਹੜੇ ਅੱਗੇ ਜਿਹੜਾ ਕਨੈਕਟਿੰਗ ਪਾਰਟ ਹੈਗਾ 2023 ਤੋਂ ਬਾਅਦ ਫਿਰ 2026 ਤੱਕ ਚੱਲਦਾ ਹੈ, ਕਿਉਂਕਿ ਇਹ ਐਡਾ ਵੱਡਾ ਪ੍ਰੋਜੈਕਟ ਹੈਗਾ। ਇਹ ਜਿਹੜੀਆਂ ਵੱਡੀਆਂ ਇਹ ਪਾਈਪ ਪੈ ਰਹੀਆਂ ਹੈਗੀਆਂ, ਐਡੀਆਂ ਵੱਡੀਆਂ ਆਪਣੇ ਦੇਸ਼ ਦੇ ਵਿੱਚ ਕਿਤੇ ਵੀ ਪਾਈਪ ਨਹੀਂ ਪਈਆਂ ਹਾਲ ਤੱਕ। ਤੇ ਪੰਜਾਬ ਦੇ ਵਿੱਚ ਜਲੰਧਰ ਹੀ ਇੱਕ ਇਹੋ ਜਿਹੀ ਜਗ੍ਹਾ ਹੈਗੀ ਆ ਜਿੱਥੇ ਇਹ ਕੰਮ ਸ਼ੁਰੂ ਹੋ ਚੁੱਕਿਆ। ਬਾਕੀ ਜਗ੍ਹਾ ਤੇ ਅਲੱਗ-ਅਲੱਗ ਉੱਥੇ ਦੀਆਂ ਪ੍ਰੋਬਲਮਸ ਹੈ, ਕਿਤੇ ਲੈਂਡ ਦੀ ਐਕੁਜੀਸ਼ਨ ਨਹੀਂ ਹੋ ਰਹੀ, ਕਿਤੇ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ, ਕਿਤੇ ਨੈਸ਼ਨਲ ਹਾਈਵੇ ਅਲਾਉ ਨਹੀਂ ਕਰ ਰਿਹਾ। ਅਸੀਂ ਹਾਊਸ ਦੀ ਨਿਗਰਾਨੀ ਦੇ ਹੇਠ, ਮੇਅਰ ਸਾਹਿਬ ਦੀ ਨਿਗਰਾਨੀ ਦੇ ਹੇਠ ਅਤੇ ਭਾਰਤ ਸਰਕਾਰ ਜਿਨ੍ਹਾਂ ਦੇ ਜਿਹੜੇ ਆਪੋਜੀਸ਼ਨ ਦੇ ਜਿਹੜੇ ਮੈਂਬਰਸ ਨੇ, ਜਿਹੜੇ ਉਹਨਾਂ ਨਾਲ ਸੰਬੰਧਿਤ ਨੇ ਨਾਲ, ਇਹ ਪ੍ਰੋਜੈਕਟ ਉੱਥੋਂ ਅਪਰੂਵ ਹੋਇਆ ਹੈ ਸਾਰਾ। ਇਹਦਾ ਟੈਂਡਰ ਵੀ ਉੱਥੋਂ ਹੀ ਹੋਇਆ ਫਾਈਨਲ। ਇਹ 808 ਕਰੋੜ ਦਾ ਪ੍ਰੋਜੈਕਟ ਹੈਗਾ। ਇਹਦਾ ਪਾਣੀ ਜਿਹੜਾ ਹੈਗਾ ਉਹ ਬਿਸਦਵਾਰ ਕਨਾਲ ਤੋਂ ਜਿਹੜਾ ਹੈਗਾ ਇਰੀਗੇਸ਼ਨ ਡਿਪਾਰਟਮੈਂਟ ਨੇ ਲੈ ਕੇ ਆਉਣਾ ਹੈਗਾ ਆਪਣਾ ਆਦਮਪੁਰ ਦੇ ਕੋਲ, ਜਿਹੜੇ ਦੋ ਪਿੰਡ ਹੈਗੇ, ਜਗਰਾਵਾਂ ਪਿੰਡ ਹੈ, ਉੱਥੇ ਲੈ ਕੇ ਆਣਾ। ਉਹਦੇ ਟੈਂਡਰ ਵੀ ਹੋ ਗਏ ਉਹਨਾਂ ਦੇ। ਐਂਡ ਜਿਹੜਾ ਅਸੀਂ ਉਹਦੀ ਅਮਾਊਂਟ ਲਗਭਗ ਜਿਹੜੀ ਨਿਰਧਾਰਿਤ ਕੀਤੀ ਸੀ ਅਰਾਊਂਡ 85-90 ਕਰੋੜ ਰੁਪਈਆ, ਉਹ ਕੰਮ ਸਾਡਾ ਟੈਂਡਰਾਂ ਦੇ ਵਿੱਚ 60 ਕਰੋੜ ਦਾ ਹੋ ਜਾਣਾ ਇਰੀਗੇਸ਼ਨ ਵਾਲਾ। ਅਸੀਂ ਉਹਦੇ ਵਿੱਚ ਵੀ 30-35 ਕਰੋੜ ਰੁਪਇਆ ਬਚਾਇਆ ਹੀ ਹੈਗਾ, ਗਵਾਇਆ ਨਹੀਂ ਹੈਗਾ। ਇਹ ਮੈਂ ਮਿੰਟੀ ਨੂੰ ਦੱਸਣਾ ਚਾਹਨਾ। ਦੂਜਾ, ਜਦੋਂ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਥੋੜੀ ਜਿਹੀ ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਹੈ, ਅਸੀਂ ਵੀ ਸਮਝਦੇ ਹਾਂ, ਅਸੀਂ ਵੀ ਦੇਖਦੇ ਹਾਂ, ਲੇਕਿਨ ਅਸੀਂ ਕੋਸ਼ਿਸ਼ ਇਹੀ ਕਰਦੇ ਕਿ ਜਿਹੜੀ ਇਨਕਨਵੀਨੀਅੰਸ ਜਿੰਨੀ ਘੱਟ ਹੋਵੇ ਉਹ 'ਚ ਸਾਨੂੰ ਕੰਪਨੀ ਜਿਹੜੀ L&T ਕੰਪਨੀ, ਜਿਹੜੀ ਐਡੀ ਵੱਡੀ ਕੰਪਨੀ ਹੈ, ਜਿਹੜੀ ਕਿ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਹੈਗੀ, ਉਹਨੂੰ ਇਹ ਪ੍ਰੋਜੈਕਟ ਜਿਹੜਾ ਮਿਲਿਆ ਹੈਗਾ। ਅਸੀਂ ਫੇਰ ਵੀ ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਨਾਲ ਵੀ ਲੜਦੇ ਹਾਂ ਤੇ ਤੁਹਾਡੀ ਵੀ ਗੱਲ ਸੁਣਦੇ ਹਾਂ ਨਾਲ। ਤੇ ਉਹਦੇ ਵਿੱਚ ਹੁਣ ਮੈਂ ਹਾਊਸ ਨੂੰ ਇਹ ਦੱਸਣਾ ਚਾਹੁੰਦਾ ਕਿ ਕੋਈ ਵੀ ਲਾਈਨ ਜਿਹੜੀ ਕੋਈ ਵੀ ਨਵੀਂ ਪੱਟੀ ਜਾਏਗੀ, ਉਹ ਅਸੀਂ ਇੱਦਾਂ ਕਿਸੇ ਨੂੰ ਕੋਈ ਮਨਜ਼ੂਰੀ ਨਹੀਂ ਦੇਵਾਂਗੇ ਜਿੰਨੇ ਚਿਰ ਜਿਹੜੀ ਪਹਿਲੀ ਡਿਗਿੰਗ ਹੈਗੀ ਆ ਉਹਦਾ ਕੰਮ ਮੁਕੰਮਲ ਨਹੀਂ ਹੁੰਦਾ, ਉਹਦੀ ਕੰਪੈਕਸ਼ਨ ਨਹੀਂ ਹੋ ਜਾਂਦੀ, ਉੱਥੇ ਸੜਕਾਂ ਨਹੀਂ ਬਣ ਜਾਂਦੀਆਂ। ਐਂਡ ਇਹ 25 ਕਿਲੋਮੀਟਰ ਦਾ ਜਿਹੜਾ ਕੰਮ ਜਿਹੜਾ ਹੈਗਾ, ਲਗਭਗ 25 ਕਿਲੋਮੀਟਰ ਦਾ, ਇਹ 31 ਮਾਰਚ ਤੱਕ ਮੁਕੰਮਲ ਹੋ ਜਾਏਗਾ। ਜਿੱਥੇ ਇਹਨਾਂ ਨੇ ਕਿਹਾ ਕਿ ਜਿੱਥੇ ਪਾਣੀ ਆਉਣਾ ਹੈਗਾ ਕਿ ਉੱਥੇ ਕੰਮ ਚੱਲਦਾ, ਸ਼ਹਿਰ ਦੇ ਵਿੱਚ ਕਿਉਂ ਨਹੀਂ ਚੱਲਦਾ, ਸ਼ਹਿਰ 'ਚ ਕਿਉਂ ਚੱਲਦਾ, ਉੱਥੇ ਕਿਉਂ ਨਹੀਂ ਚੱਲਦਾ। ਇਹ ਮੈਂ ਮਿੰਟੂ ਜੀ ਨੂੰ ਦੱਸਣਾ ਚਾਹੁੰਦਾ, ਲੀਡਰ ਆਫ ਦਾ ਆਪੋਜੀਸ਼ਨ ਨੂੰ, ਕਿ ਇੱਕ ਵਾਰੀ ਜਾ ਕੇ ਦੇਖ ਕੇ ਆਉਣਗੇ ਕਿ ਉੱਥੇ ਕੀ ਕੰਮ ਚੱਲਦਾ ਪਿਆ। ਉੱਥੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ, ਜਿਹੜੇ ਟੈਂਕਸ ਬਣਨੇ ਨੇ, ਉਹਦੀ ਐਕਸਕੇਵੇਸ਼ਨ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕੀ ਹੈ। ਸਾਡੀ ਐਕਸਕੇਵੇਸ਼ਨ ਜਿਹੜੀ ਹੈਗੀ ਆ ਹੁਣ ਇੱਕ ਬਟਨ ਪਾਰਕ ਦੇ ਵਿੱਚ, ਇੱਕ ਢਲਵਾਂ, ਇੱਕ ਸੀਵਰੇਜ ਬੋਰਡ ਦਾ, ਇੱਕ ਫੋਕਲ ਪੁਆਇੰਟ ਦੇ ਕੋਲ, ਸਾਡੀ ਇਹਦੇ ਵਿੱਚੋਂ 2 ਜਗ੍ਹਾ ਤੇ ਐਕਸਕੇਵੇਸ਼ਨ ਜਿਹੜੀ ਇੱਥੇ ਵੀ ਚੱਲਦੀ ਪਈ ਹੈਗੀ ਹੈ। ਲੇਕਿਨ ਅਸੀਂ ਉਹਨਾਂ ਨੂੰ ਇਹ ਕਿਹਾ ਹੈਗਾ ਕਿ ਐਕਸਕੇਵੇਸ਼ਨ ਦਾ ਕੰਮ ਜਿਹੜਾ ਹੈਗਾ ਇਹ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਚੱਲਣਾ ਹੈਗਾ। ਇਸ ਕਰਕੇ ਤੁਸੀਂ ਇਹ ਕੰਮ ਬਾਅਦ 'ਚ ਕਰ ਲਿਓ, ਪਹਿਲੋਂ ਜਿਹੜਾ ਪਾਈਪ ਲੇਇੰਗ ਦਾ ਕੰਮ ਤੇ ਨਾਲ ਜਿਹੜੀ ਸੜਕਾਂ ਦਾ ਬਣਾਉਣ ਦਾ ਕੰਮ ਉਹ ਪਹਿਲੋਂ ਕਰ ਲਓ। ਨੋ ਡਾਊਟ ਕਿ ਥੋੜਾ ਜਿਹਾ ਪ੍ਰੋਜੈਕਟ ਜਿਹੜੇ ਹੈਗੇ ਕਈ ਵਾਰ ਲੇਟ ਹੁੰਦੇ ਹੈਗੇ ਆ। ਉਹ ਲੇਟ ਹੋਣ ਦਾ ਕਾਰਨ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਕੋਵਿਡ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਹੈਗਾ ਪ੍ਰੋਜੈਕਟ ਸਾਰੇ ਲੇਟ ਕਰਨ ਦਾ। ਫਿਰ ਵੀ ਜਿਹੜਾ ਹੈਗਾ ਸਾਨੂੰ ਉਹਨਾਂ ਬੰਦਿਆਂ ਦੀ, ਜਿਹੜੇ ਬੰਦੇ ਕੰਮ ਕਰਦੇ ਐਕਚੁਅਲ ਫੀਲਡ ਦੇ ਵਿੱਚ, ਜਿਹੜੇ ਬੰਦੇ ਉਹਦੀ ਸੁਪਰਵਿਜ਼ਨ ਕਰਦੇ ਆ, ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਹੈਗੇ ਆ, ਸਾਨੂੰ ਉਹਨਾਂ ਸਾਰਿਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈਗੀ ਹੈ। ਉਹਨਾਂ ਬੰਦਿਆਂ ਨੇ ਜਾਣ ਤੇ ਖੇਲ ਕੇ ਵੀ ਪ੍ਰੋਜੈਕਟ ਨੂੰ ਬੰਦ ਨਹੀਂ ਹੋਣ ਦਿੱਤਾ। ਨੰਬਰ 2, ਇਹਨਾਂ ਨੇ ਕਿਹਾ ਸੀ ਜਿਹੜੇ 11 ਚੌਂਕਾਂ ਵਾਲਾ ਕੰਮ ਹੈਗਾ, ਜਿਹੜਾ ਕਿ 20-21 ਕਰੋੜ ਦਾ ਕੰਮ ਸੀਗਾ, ਉਹ 20-21 ਕਰੋੜ ਦਾ ਕੀ ਬਣਿਆ। ਇਹ ਮੈਂ ਹਾਊਸ ਦੇ ਵਿੱਚ ਦੱਸਣਾ ਚਾਹੁੰਦਾ ਹੈਗਾ ਕਿ ਇਹ ਪ੍ਰੋਜੈਕਟ, ਚਲੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਚਲੋ ਹੁਣ ਮੈਨੂੰ ਵੀ ਇੱਥੇ ਆਏ ਨੂੰ ਅਰਾਊਂਡ 1.25 ਸਾਲ ਹੋ ਗਿਆ। ਇਹ 1.25 ਸਾਲ ਤੋਂ ਬਾਅਦ ਇਹ ਉਸ ਤੋਂ ਪਹਿਲਾਂ ਪ੍ਰੋਜੈਕਟ ਬਿਲਕੁਲ ਹੀ ਬੰਦ ਸੀਗੇ। ਇਹ ਮਸਾਂ ਸ਼ੁਰੂ ਕਰਾਏ ਸੀ। ਜਦੋਂ ਇਹ ਪ੍ਰੋਜੈਕਟ ਨੂੰ ਅਸੀਂ ਦੇਖਿਆ ਕਿ ਇਹਦੇ ਵਿੱਚ 2-3 ਚੌਂਕ ਇਹੋ ਜਿਹੇ ਹੈਗੇ ਜਿਹੜੇ ਓਵਰਲੈਪ ਕਰਦੇ ਆ। ਇੱਕ ਬਾਬਾ ਅੰਬੇਦਕਰ ਚੌਂਕ, ਇੱਕ ਜਿਹੜਾ ਹੈਗਾ ਆਪਣਾ ਭਗਵਾਨ ਵਾਲਮੀਕੀ ਚੌਂਕ। ਇਹ ਦੋਨੋਂ ਚੌਂਕਾਂ ਨੂੰ ਅਸੀਂ ਹਾਲੇ ਨਹੀਂ ਛੇੜਦੇ, ਇਹਦਾ ਅਲੱਗ ਪ੍ਰੋਜੈਕਟ ਬਣਾਵਾਂਗੇ ਕਿਉਂਕਿ ਇੱਥੇ ਜਿਹੜੀ ਡਿਵੈਲਪਮੈਂਟ ਆਲਰੇਡੀ ਹੋਈ ਆ, ਅਸੀਂ ਉਹਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ। ਜੋ ਪ੍ਰੋਜੈਕਟ ਦੇ ਵਿੱਚ ਹੈਗਾ
ਅਸੀਂ ਉਹਦੇ ਲਈ ਇੱਕ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਕ੍ਰੀਏਟ ਕਰਕੇ ਇਹਨੂੰ ਹੋਰ ਸੁੰਦਰ ਬਣਾਉਣ ਦੇ ਲਈ ਨਵਾਂ ਪ੍ਰੋਜੈਕਟ ਲੈ ਕੇ ਆਵਾਂਗੇ। ਥਰਡਲੀ ਇਹਦਾ ਇੱਕ ਪੁਆਇੰਟ ਸੀਗਾ, ਜਿਹੜੀ ਕਪੂਰਥਲਾ ਰੋਡ ਤੇ ਜਿਹੜਾ ਡੀ ਪੁਆਇੰਟ ਬਣਦਾ ਹੈਗਾ ਬਾਬੂ ਜਗਜੀਵਨ ਰਾਮ ਚੌਂਕ ਵਾਲੀ ਜਿਹੜੀ ਰੋਡ ਹੈ ਉਹ ਆ ਕੇ ਮਿਲਦੀ ਹੈ ਬਸਤੀਆਂ ਵਾਲੀ, ਉਹ ਵੀ ਚੌਂਕ ਇਹਦੇ ਵਿੱਚ ਨਹੀਂ ਡਿਵੈਲਪ ਹੋਏਗਾ ਕਿਉਂਕਿ ਉਹ ਚੌਂਕ ਆਲਰੇਡੀ ਸਮਾਰਟ ਸਿਟੀ ਦੇ ਵਿੱਚ ਅਸੀਂ ਕਵਰ ਕਰ ਲਿਆ ਹੈਗਾ। ਸੋ ਹੁਣ ਇਹ 11 ਚੌਂਕ ਨਹੀਂ ਹੋਣਗੇ, 8 ਚੌਂਕ ਹੋਣਗੇ। ਐਂਡ ਇਹਦੇ ਵਿੱਚ ਇਹ ਟੋਟਲ ਇੱਥੇ ਜਿਹੜਾ ਖਰਚਾ ਹੋਏਗਾ ਲਗਭਗ ਐਗਜ਼ੈਕਟਲੀ ਮੈਂ ਨਹੀਂ ਕਹਿ ਸਕਦਾ, ਲੇਕਿਨ ਲਗਭਗ ਇਹਦਾ ਖਰਚਾ 8 ਕਰੋੜ ਰੁਪਈਆ ਹੋਏਗਾ, 21 ਕਰੋੜ ਰੁਪਇਆ ਨਹੀਂ ਹੋਏਗਾ। ਐਂਡ ਥਰਡਲੀ ਇਹਨਾਂ ਨੇ ਕਿਹਾ ਸੀਗਾ ਆਪਣਾ LED ਪ੍ਰੋਜੈਕਟਸ ਦਾ। LED ਪ੍ਰੋਜੈਕਟਸ ਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸਾਡੀ ਪਹਿਲੀ ਜਿਹੜੀ ਅਸੀਂ ਰਿਕੁਆਇਰਮੈਂਟ ਜਿਹੜੀ ਦਿੱਤੀ ਸੀਗੀ ਕੰਪਨੀ ਨੂੰ, ਉਹ ਅਸੀਂ ਦਿੱਤੀ ਸੀ ਲਗਭਗ 60,000 ਲਾਈਟਸ, 56,000 ਲਾਈਟਸ ਅਪਰੋਕਸੀਮੇਟਲੀ। ਤੇ ਉਹਦੇ ਵਿੱਚ ਇਹ ਪ੍ਰੋਜੈਕਟ ਪਿਛਲੀ ਦੀਵਾਲੀ ਤੇ ਖਤਮ ਨਹੀਂ ਹੋਣਾ ਸੀ ਮਿੰਟੂ ਜੀ, ਕਿਸੇ ਨੇ ਨਹੀਂ ਕਿਹਾ ਕਿ ਪਿਛਲੀ ਦੀਵਾਲੀ ਤੇ ਖਤਮ ਹੋਣਾ ਹੈਗਾ, ਫॉर ਦਾ ਰੀਜ਼ਨ ਕਿ ਇਹ ਪ੍ਰੋਜੈਕਟ ਦੀਵਾਲੀ ਤੋਂ ਪਹਿਲਾਂ 3 ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ ਹਾਲੇ। ਅੱਛਾ, ਮੋਰ ਓਵਰ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੀ ਦੀਵਾਲੀ ਦੇ ਵੇਲੇ, ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕਰੋਨਾ ਦਾ ਕਿੰਨਾ ਪ੍ਰਕੋਪ ਰਿਹਾ ਹੈਗਾ, ਤੇ ਇਸ ਕਰਕੇ ਜਿਹੜਾ ਹੈਗਾ ਪ੍ਰੋਜੈਕਟ ਜਿਹੜੇ ਹੈਗੇ ਉਹਦਾ ਸਾਲ ਦਾ ਟਾਈਮ ਸੀ, ਹਾਲੇ ਉਹਦਾ ਸਾਲ ਦਾ ਟਾਈਮ ਵੀ ਮੁਕੰਮਲ ਨਹੀਂ ਹੋਇਆ। ਇੱਕ ਸੈਕਿੰਡ ਮੈਨੂੰ ਬੋਲਣ ਦਿਓ, ਤੁਸੀਂ ਬਾਅਦ ਚ ਜਵਾਬ ਦੇ ਦਿਓ। ਐਂਡ ਹੁਣ ਜਿੰਨੀਆਂ ਲਾਈਟਾਂ ਦਾ ਇਹਨਾਂ ਦਾ ਪਹਿਲਾ ਜਿਹੜਾ ਸੀਗਾ, ਉਹ ਟੋਟਲ ਸਾਰੀਆਂ ਲਾਈਟਾਂ ਲੱਗ ਚੁੱਕੀਆਂ ਹੈਗੀਆਂ। ਚਾਹੇ ਕਿਤੇ ਕਿਸੇ ਜਗ੍ਹਾ ਤੇ ਚਲੋ ਜਿਹੜੇ ਹੈਗੇ ਆ ਰਿਕੁਆਇਰਮੈਂਟ ਦੇ ਮੁਤਾਬਕ ਕੋਈ ਏਰੀਆ ਵਧੀਆ ਸੀ, ਜਾਂ ਉੱਥੇ ਡਾਰਕ ਸਪੌਟਸ ਕਈਆਂ ਏਰੀਆ ਦੇ ਵਿੱਚ ਕਵਰ ਹੋ ਗਏ। ਐਂਡ ਕਈ ਸਾਡੇ 10 ਵਾਰਡ ਜਿਹੜੇ ਸੀਗੇ ਉਹ ਪੁਆਇੰਟ ਕਵਰ ਕਰਨ ਦੇ ਕਰਕੇ ਜਾਂ ਨਵਾਂ ਏਰੀਆ ਐਡ ਕਰਨ ਕਰਕੇ ਉਹ 10 ਵਾਰਡਾਂ ਦਾ ਕੰਮ ਜਿਹੜਾ ਹੈਗਾ ਉਹ ਰਹਿ ਗਿਆ। ਉਹ 'ਚ ਕੋਈ ਇਹੋ ਜਿਹਾ ਪੱਖਪਾਤ ਨਹੀਂ ਹੋਇਆ ਕਿ ਲਓ ਜੀ ਆਪੋਜੀਸ਼ਨ ਦਾ ਹੈਗਾ ਜਾਂ ਦੂਜਾ ਹੈਗਾ। ਐਂਡ ਮੈਂ ਨਾਲ ਤੁਹਾਨੂੰ ਇਹ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਇਹ ਜਿਹੜੇ 10 ਵਾਰਡ ਜਿਹੜੇ ਹੈਗੇ ਆ ਇਹ ਦੀਵਾਲੀ ਤੋਂ ਪਹਿਲਾਂ ਮੁਕੰਮਲ ਕਰ ਦਿੰਦੇ ਅਸੀਂ, ਉਹ ਮੁਕੰਮਲ ਕਰ ਦਿੰਦੇ। ਇੱਕ ਸੈਕਿੰਡ ਦੇਖੋ, ਇੱਕ ਮਿੰਟ ਮੈਨੂੰ ਕੰਪਲੀਟ ਕਰ ਲੈਣ ਦਿਓ, ਇਦਾਂ ਨਾ ਕਰੋ, ਠੀਕ ਹੈ ਨਾ। ਸਾਡਾ ਵੀ ਫਿਰ ਲਿਖ ਲੁਕ ਕਰਦਾ ਹੈਗਾ, ਸਾਨੂੰ ਅਸੀਂ ਲਿਖ ਕੇ ਨਹੀਂ ਬੋਲਣਾ, ਲਿਖ ਕੇ ਨਹੀਂ ਦੇਖਦੇ ਹੈਗੇ, ਅਸੀਂ ਮੂੰਹ ਜਵਾਨੀ ਬੋਲਦੇ ਹਾਂ। ਤੇ ਥਰਡਲੀ ਜਿਹੜਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਹੋਰ ਜਿਹੜੇ ਹੈਗੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ, ਮਿੰਟੂ ਜੀ ਦਾ ਆਪਣਾ ਏਰੀਆ ਹੀ ਬਸਤੀਆਂ 'ਚ ਪੈਂਦਾ ਹੈਗਾ, ਜਿੱਥੇ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਬਰਸਾਤਾਂ ਦੇ ਵਿੱਚ ਕਿਸ਼ਤੀਆਂ ਚੱਲਦੀਆਂ ਸੀ, ਠੀਕ ਹੈ ਨਾ। ਇੰਸਟੈਂਟ ਕਿ ਸਾਨੂੰ ਹਾਊਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ, ਸਾਰੇ ਹਾਊਸ ਨੂੰ, ਕਿ ਇੰਸਟੈਂਟ ਕਿ ਆਪਾਂ ਇੱਥੇ ਪਾਰਟੀ ਬਾਜੀ ਦਾ ਕੋਈ ਵੀ ਗੱਲ ਕਰੀਏ ਕਿ ਉਹ ਏਰੀਆ ਦੇ ਵਿੱਚ ਤੁਹਾਡੇ ਜਿਹੜਾ ਹੈਗਾ ਹੁਣ ਉੱਥੇ ਪਾਣੀ ਨਹੀਂ ਖੜਾ ਹੋਣਾ ਉੱਥੇ। ਐਂਡ ਇਹ ਵੀ ਤੁਹਾਡੀਆਂ ਪੁਸ਼ਤਾਂ ਹੀ ਯਾਦ ਕਰਨਗੀਆਂ। ਐਂਡ ਉਸ ਤੋਂ ਬਾਅਦ ਇੱਕ ਸੈਕਿੰਡ ਬੈਠ ਜਾਓ, ਹੁਣ ਤਾਂ ਮਿੰਟੂ ਜੀ ਗਾਣੇ ਮਾਰੋ ਤੁਸੀਂ ਵੀ, ਜਿਹੜਾ ਬੈਠ ਜਾਓ 2 ਮਿੰਟ, ਜਿਹੜਾ ਬੈਠ ਜਾਓ 2 ਮਿੰਟ ਜੀ, 2 ਮਿੰਟ ਠਹਿਰ ਜਾਓ, 2 ਮਿੰਟ ਗੱਲ ਕਰੋ। ਅੱਛਾ, ਇਹਦੇ ਨਾਲ ਮੇਰਾ ਖਿਆਲ ਹੈ ਕਿ ਜਿੱਦਾਂ ਪ੍ਰੀਤਨਗਰ ਵਾਲਾ ਏਰੀਆ ਸੀਗਾ, ਜਿਹੜਾ ਪ੍ਰੀਤਨਗਰ ਵਾਲਾ ਏਰੀਆ ਸੀਗਾ, ਉਹ ਏਰੀਆ ਅੱਜ ਤੋਂ ਜਿਹੜਾ 40-50 ਸਾਲ ਪਹਿਲਾਂ ਕੋਈ ਵੀ ਪਾਰਟੀ ਆਈ ਹੈ, ਮੈਨੂੰ ਸਾਨੂੰ ਨਹੀਂ ਪਤਾ ਕਿਹੜੀ ਪਾਰਟੀ ਦੇ ਮੇਲੇ ਸੀਗਾ, ਉੱਥੇ ਵੀ ਕਿਸ਼ਤੀਆਂ ਚੱਲਦੀਆਂ ਸੀ। ਅੱਜ ਉਧਰਲੇ ਜਿਹੜੇ ਕਾਉਂਸਲਰ ਹੈਗੇ ਆ, ਮੇਰਾ ਖਿਆਲ ਉਹ ਛਾਤੀ ਠੋਕ ਕੇ ਇਹ ਗੱਲ ਕਹਿ ਸਕਦੇ ਹੈਗੇ ਆ ਕਿ ਉੱਥੇ ਇੱਕ ਬੂੰਦ ਪਾਣੀ ਨਹੀਂ ਖੜਾ ਹੋਇਆ। ਦੇਖੋ ਕਮਿਸ਼ਨਰ ਸਾਹਿਬ, ਤੁਸੀਂ ਜਿਹੜੀ ਗੱਲ ਕਹਿ ਮੈਂ ਨਾਲ ਲੱਗਦੀ ਗੱਲ ਕਰ ਰਿਹਾ। ਮੇਅਰ ਸਾਹਿਬ ਦੇ ਬਿਆਨ ਤੇ ਬੋਲਦਾ ਮੈਂ 2 ਮਿੰਟ ਗੱਲ ਹੋ ਜਰਾ। ਮੇਅਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ, ਜੋ ਕੰਮ ਐਸਾ ਉਸਨੇ ਕੀਤਾ ਅੱਜ ਤੱਕ ਕਦੀ ਵੀ ਨਹੀਂ ਹੋਇਆ। ਆਪਾਂ ਨੂੰ ਸੁਣਨਾ ਕੋਈ ਨਾ, ਮੇਅਰ ਸਾਹਿਬ ਇਹਨਾਂ ਦੀ ਸਰਕਾਰ ਦੇ ਲੱਛੀ ਬਣੇ ਰਹਿ ਗਏ, ਕੋਈ ਨਹੀਂ ਕੀਤਾ, ਰੋਈ ਪਾ ਛੱਡੇ ਬਸ। ਉਹ ਇੱਕ ਸੈਕਿੰਡ ਬੈਠੋ ਤਾਂ ਸਹੀ ਜਰਾ, ਬੈਠੋ ਜੀ 2 ਮਿੰਟ ਬੈਠੋ ਜੀ, 2 ਮਿੰਟ ਬੈਠੋ ਜੀ, 2 ਮਿੰਟ ਬੈਠੋ ਜੀ, ਉਹ ਜੀ 2 ਮਿੰਟ ਬੈਠੋ ਜਰਾ। ਜਲੰਧਰ ਵੈਸਟ ਬਸਤੀਆਂ ਅੱਜ ਵੀ ਛੋਟੀ ਜਿਹੀ ਬੈਠੀ, ਮੈਂ ਕਿਹਾ ਜੀ ਬਸਤੀਆਂ ਦੇ ਵਿੱਚ ਅੱਜ ਵੀ 8-8 ਫੁੱਟ ਪਾਣੀ ਜਿਹੜਾ ਨਾ ਸੀਵਰਾਂ 'ਚ ਭਰਿਆ ਰਹਿੰਦਾ।
ਡੋਲ ਨਹੀਂ ਹੁੰਦੀ ਰਾਤੀ 3 ਵਜੇ ਪਾਣੀ ਡੋਲ ਨਹੀਂ ਹੁੰਦਾ ਗੰਦਾ ਪਾਣੀ ਸਿੱਟਣਾ ਕਰਦਾ ਬਾਕੀ ਤੁਸੀਂ ਗੱਲ ਕਰਦੇ ਤਾਂ ਕਿਸੀਆਂ ਉਹ ਅਸੀਂ ਕਦੀ ਨਹੀਂ ਉਹ ਤੁਸੀਂ ਕਿੰਨੇ ਸਾਲ ਤੋਂ ਕੌਂਸਲ ਹੋ ਤੁਸੀਂ ਕਿੰਨੇ ਸਾਲ ਤੋਂ ਕੌਂਸਲ ਤੇ ਆਏ ਹੋ ਭਾਜੀ ਤੁਸੀਂ ਉਹਨੂੰ ਗੱਲ ਨੂੰ ਛੱਡੋ ਤੁਸੀਂ ਕਿੰਨੇ ਸਾਲ ਤੋਂ ਕੌਂਸਲ ਤੇ ਆਏ ਹੋ ਜਵਾਬ ਦੱਸ ਕਰਦਾ 2 ਮਿੰਟ ਤੁਸੀਂ ਕੀ ਕੀਤਾ ਉੱਥੇ ਉਹ ਬਾਰਾ ਤੁਸੀਂ ਕੀ ਕੀਤਾ ਉੱਥੇ ਉਦੋਂ ਹੋਇਆ ਕੀ ਹੋ ਗਿਆ ਕੀ ਕੀਤਾ ਕੀ ਉੱਥੇ ਤੇ ਹੁਣ ਕੀ ਹੋ ਗਿਆ ਤੁਸੀਂ ਕਿੰਨੇ ਸਾਲ ਤੋਂ ਹੁਣ ਕੀ ਹੋ ਗਿਆ ਇਹ ਜਵਾਬ ਦਿਓ ਬਰਸਾਤ ਹੁੰਦੀ ਕਿੰਨੀ ਬਰਸਾਤ ਹੋਈ ਜਦੋਂ ਸਾਡਾ ਕਦੀ ਨਹੀਂ ਉੱਥੇ ਗਿਆ ਉਹ ਤਾਂ ਪ੍ਰੋਜੈਕਟ ਦਾ ਬਰਸਾਤੀ ਚੱਲਦਾ ਜਿਹੜਾ ਤੁਸੀਂ ਕਹਿ ਰਹੇ ਸੂਰਜ ਦਾ ਪ੍ਰੋਜੈਕਟ ਉਹ ਤਾਂ ਇਹ 100% ਆ ਉਹ ਜੀ 2 ਮਿੰਟ ਗੱਲ ਤੂੰ ਜੇ ਮੰਨਣਾ ਤੂੰ ਉਹ ਤੂੰ ਪਹਿਲਾਂ ਮੈਂ ਉਹ ਕਰ ਰਿਹਾ ਤੁਸੀਂ ਕਹਿ ਰਹੇ ਸਰ ਮੈਂ ਉਹੀ ਕਰ ਤੁਹਾਡੀ ਗੱਲ ਕਰ ਰਿਹਾ ਤੁਸੀਂ ਕਹਿ ਰਹੇ ਹੋ ਕਮਿਸ਼ਨਰ ਸਾਹਿਬ ਦਾ ਜਵਾਬ ਨਾ ਸੁਣ ਉਹ ਸਰ ਮੈਂ ਸੁਣ ਰਿਹਾ ਮੈਂ ਨਾਲ ਹੈ ਕਰ ਰਿਹਾ 2 ਮਿੰਟ ਬੈਠੋ ਮੈਂ ਤੁਹਾਨੂੰ ਦੱਸ ਦਿੰਦਾ 2 ਮਿੰਟ ਬੈਠੋ ਸਾਹਿਬ ਦਾ ਜਵਾਬ ਸੁਣ ਲਓ 2 ਮਿੰਟ ਬੈਠੋ माननीय कमिश्नर साहब मेयर साहब जो डेवलपमेंट इस समय हो रही है 4 महीने तो सुपर सक्शन मशीन नहीं आई मेरे वार्ड च 3-4 जगह तो सीवरेज बंद है हाँ जी आपे मैं रची पुची आपे मेरे बच्चे जी वाह ਤੁਸੀਂ ਜਿਹੜੀ ਮਾਡਲ ਟੋਪ ਦੀ ਹੈਲੋ ਜਿੰਨੇ ਜੰਮੇ ਆਪਣੇ ਆਪਣੇ ਭਾਲਾ ਸਾਹਿਬ ਦੀ ਮੈਡਮ ਜੀ ਤੁਹਾਡੇ ਕੋਲ 10 ਸਾਲ ਸਰਕਾਰ ਰਹੀ ਹੁਣ ਕਿੰਨੇ ਜਲਦੀ ਨਹੀਂ ਹੋਣੀ ਕੀਤਾ ਤੁਸੀਂ ਤੁਸੀਂ ਪਛਾਣ ਜਲਦੀ ਨਹੀਂ ਕੀਤਾ ਤੁਸੀਂ 10 ਸਾਲ ਕਿੱਥੇ मेरे मार्च नहीं देखता पिया नहीं कमिश्नर साहब आप कैसे हटे हैं ਹੁਣ 1.5 ਸਾਲ ਦਾ ਕੰਮ ਮੇਰੀ ਸ਼ੁਰੂ ਇੱਕ ਹੋਇਆ ਰਿਕੁਐਸਟ ਆ ਜਦੋਂ ਭੈਣਾਂ ਬੋਲਦੀਆਂ ਹੋਣ ਨਾ ਉਦੋਂ ਕੋਈ ਬੋਲੇ ਨਾ ਮੇਰੀ ਹੱਥ ਜੋੜ ਕੇ ਇੱਕ ਰਿਕੁਐਸਟ ਆ ਸਾਰੀਆਂ ਭੈਣਾਂ ਜਿੰਨੀਆਂ ਹਾਊਸ ਦੀਆਂ ਬੈਠੀਆਂ ਉਦੋਂ ਕੋਈ ਨਾ ਬੋਲੇ ਆਪਣੀ ਦੇਖੋ ਅਸੀਂ ਗੱਲ ਰੱਖਦੇ ਨੇ ਆਪਾਂ ਟਾਂਜਬਾਜ਼ੀ ਕਰਕੇ ਕਿਸੇ ਨੂੰ ਗਲਤ ਨਾ ਕਰੀਏ ਅਸੀਂ ਸਾਡੀ ਗੱਲ ਸਾਰੇ ਸੁਣਦੇ ਉਦੋਂ ਵਿੱਚ ਕੋਈ ਟੋਕੇ ਨਾ ਉਹਨਾਂ ਨੂੰ ਇਹ ਕਾਉਂਸਲਰ ਨੇ ਕਾਉਂਸਲਰ ਇਹ ਭੈਣਾ ਕਰਦੇ ਪਤਾ ਜੀ ਸਾਰੀਆਂ ਭੈਣਾਂ ਹੀ ਆ ਸਾਡੀਆਂ ਭਾਜੀ ਭੈਣਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਸਾਡਾ ਫਰਜ਼ ਬਣਦਾ ਭੈਣ ਸਾਰੀਆਂ ਸਾਡੀਆਂ ਭੈਣਾਂ ਹੀ ਆ ਭੈਣਾਂ ਨੂੰ ਸਾਡੀਆਂ ਕੋਈ ਭੈਣਾਂ ਵਰਗੀਆਂ ਸਾਡੀ ਲੋੜ ਨਹੀਂ ਇਹ ਸਾਡੀਆਂ ਭੈਣਾਂ ਸਾਰੀਆਂ ਇਹ ਸਾਡੀਆਂ ਭੈਣਾਂ ਸਾਰੀਆਂ ਭੈਣਾਂ ਦੀ ਗੱਲ ਕਰੋ ਇੱਥੇ ਤਾਂ ਸਾਰੇ ਲੋਕ ਕਰਨਾ ਕੁਐਸਚਨ ਹੈ ਬੋਲ ਸਕਦੇ ਜੇ ਕੋਈ ਗਲਤ ਨਹੀਂ ਬੋਲ ਰਿਹਾ ਹੈਗਾ ਹਾਊਸ ਦਾ ਕਾਉਂਸਲਰ ਵੀ ਹੋ ਹਾਊਸ ਦਾ ਕਿਹੜਾ ਜਵਾਬ ਸਾਰੇ ਮਿਲਾਵੇ ਕੋਈ ਮਿਸਬਿਹੇਵ ਕਰਕੇ ਬੋਲ ਰਿਹਾ ਸਾਰੇ ਜਵਾਬ ਦੇਣਾ ਅਸੀਂ ਕਾਉਂਸਲਰਾਂ ਚੋਣ ਸੀ ਕਾਉਂਸਲਰ ਦੀ ਵਾਟਾਂ ਚ ਕਿਉਂ ਨਹੀਂ ਐਲਈਡੀ ਲੱਗੀਆਂ ਪਹਿਲਾਂ ਇਹ ਦੱਸਿਆ ਜਾ ਹਾਊਸ ਦਾ ਕਈ ਫੇਸ ਮੈਨੂੰ ਵੀ ਕੋਈ ਜਵਾਬ ਨਹੀਂ ਨਾ ਇਹਨਾਂ ਕੋਈ ਸਵਾਲ ਅਜੰਡਾ ਪੜਿਆ ਜਾਵੇ ਅੱਧਾ ਘੰਟਾ ਜਿਵੇਂ ਟਪਾਣਾ ਸੀ ਉਹ ਟਪਾ ਲਿਆ ਜੀ ਦੇਖੋ ਮੇਰੇ ਸਾਹ ਟਾਈਮ ਦੇਤਾ ਆਪਾਂ ਖੁੱਲਾ ਇਹਨਾਂ ਨੂੰ ਹੁਣ ਸਾਡੀ ਵੀ ਆਪਾਂ ਖੁੱਲਾ ਬੋਲੀ ਜਾਂਦੇ ਆ ਦੀਵਾਲੀ ਤੱਕ ਸਾਡੇ ਐਲਈਡੀ ਲੱਗੀਆਂ ਹੋਣਗੀਆਂ ਬਸ ਦੀਵਾਲੀ ਦੇ ਨਾਲ ਤੁਸੀਂ ਕਹਿੰਦਾ ਸ਼ੁਰੂ ਪੰਡੀ ਜੀ ਬੈਠ ਜਾ ਅਜੰਡਾ ਸ਼ੁਰੂ ਕਰ ਦੇ ਅਜੰਡਾ ਸ਼ੁਰੂ ਕੀਤਾ ਮੈਂ ਅਜੰਡਾ ਸ਼ੁਰੂ ਕੀਤਾ ਜੀ ਹੈਲੋ ਯਾਰ ਗੱਲ ਨੰਬਰ 9 ਨੇ ਓਏ ਗੱਲ ਸੁਣੋ ਪਹਿਲਾਂ ਮਤਾ ਨੰਬਰ 90 ਉਹ ਜਵਾਬ ਤੋਂ ਨੰਬਰ ਉਹਨਾਂ ਕੋਈ ਸਾਹਿਬ ਪੂਰਾ ਕਰੋ ਮੇਰਾ ਸ਼ੁਰੂ ਹੋ ਚੁੱਕਾ ਹੈ ਮੇਰੇ ਪੂਰਾ ਜਦੋਂ 31 ਨੰਬਰ ਫੜਦਾ ਹੈ ਨੰਬਰ 91 ਇੱਕ ਬਾਈ ਹਲੋ ਪੰਜਾਬ ਦੀਆਂ ਹੱਕਾਂ ਸਾਹਿਬ ਮੇਰੇ ਸਾਹਿਬ ਇਹ ਬਣਾਉਂਦੇ ਹਾਊਸ ਵਰਕਰ ਮੇਰੇ ਸਾਹਿਬ ਬਤਾ ਨੰਬਰ ਠੀਕ ਹੈ ਪਾਰਟੀ ਵਿੱਚ ਮੇਰੇ ਕੌਂਸਲ ਥੱਲੇ ਬੈ ਗਏ ਨੇ ਮਤਲਬ ਨੰਬਰ 95 estimate for sectional also staff in the ਸਾਹਿਬ ਗੱਲ ਸੁਣ ਲਓ ਸਾਂਭ ਸੰਭਾਲ ਦੀ ਡਿਵੈਲਪਮੈਂਟ ਕਰਨ ਵਾਸਤੇ ਐਸਟੀ ਸਿਵਲ
ਤੁਸੀਂ objection ਆਪਣੇ ਲਿਖ ਕੇ ਦੇ ਦਿਓ ਨੰਬਰ 97 ਨਗਰ ਜਿੰਦਰ ਮਾਰੀਆਂ ਦੀ ਭਾਜੀ ਕਰਨ ਸੰਬੰਧੀ ਖੁੱਲਰ ਸਾਹਿਬ ਝੰਡੇ ਦੇ ਵਿੱਚ ਖੁੱਲਰ ਸਾਹਿਬ ਪਹਿਲਾਂ ਸਾਡੀ ਵੀ ਗੱਲ ਸੁਣੋ ਖੁੱਲਰ ਸਾਹਿਬ ਸਾਡੀ ਗੱਲ ਸੁਣੋ ਪਹਿਲਾਂ ਇੱਕੋ ਸਟੇਟ ਹੈ ਨਾ ਬੜੀ ਗੱਲ ਮਤੇ ਸਾਡੇ ਜੋ ਝੰਡੇ ਦੇ ਵਿੱਚ ਮਤੇ ਸਹੀ ਇਹਨਾਂ ਤੋਂ objection ਹੈ ਸਾਡੇ ਕੋਲ ਹੁਣ ਨਾਮ ਲੈ ਕੇ ਜਾਂ ਸਾਡੇ ਨੂੰ ਲਿਖ ਕੇ ਜਾਓ ਹੁਣ ਅਸੀਂ ਆਈਟਮਾਂ ਜਿਹੜਾ ਟਰਾਲੀਆਂ ਵਾਲਾ ਮਤਾ ਲਾਈਵ ਦੇਖ ਰਹੇ ਹੋ ਕਿ ਬੀਜੇਪੀ ਓਪੋਜੀਸ਼ਨ ਪਾਰਟੀ ਦੇ ਕੌਂਸਲਰ ਮੇਅਰ ਸਾਹਿਬ ਦੇ ਕੋਲ ਜਾ ਕੇ ਜ਼ਮੀਨ ਤੇ ਬੈਠ ਗਏ ਨੇ। ਉਹਨਾਂ ਨੂੰ ਪੈਨਲ ਦਿੱਤਾ ਜਾਵੇ ਅਸੀਂ ਹਾਂ ਸਾਡੇ ਕੋਲ ਨਹੀਂ ਆਪਣਾ objection ਨੂੰ ਲਿਖ ਕੇ ਦੇ ਦਿਓ ਬਾਕੀ ਜਿਹੜਾ ਸਾਰਾ ਪਾਸ ਹੈ ਹਾਂਜੀ ਪਾਸ ਮੇਰ ਸਾਹਿਬ ਮੈਨੂੰ ਬਾਹਰ ਕੱਢ ਕੇ ਬਾਹਰ ਜਾਣਾ ਮੇਰ ਸਾਹਿਬ ਉਮਰ ਸਾਹਿਬ ਟਰਾਲੀਆਂ ਦਾ ਪਾਣੀ ਨਸ਼ੇ ਲੱਗੇ ਹੋਏ ਹੋ ਮੇਰ ਸਾਹਿਬ ਟਰਾਲੀਆਂ ਬੰਦੇ ਜਿਹੜੇ ਹੋਏ ਸੀ ਨਾ ਨਸ਼ੇ ਲੱਗੇ ਹੋਏ ਜਿਹੜਾ ਸੈਕਟਰੀ ਦੇ ਵਿੱਚ ਟਰਾਲੀਆਂ ਦਾ ਕੈਂਸਲ ਹੈ क्या हो गया है ਇਹ ਸਾਰਾ ਕਿਆ ਲਿਖੇ ਹੋਏ ਲਿਖੇ ਹੋਏ ਇਹ ਬਕਰੀ ਕਿਆ ਲਿਖੇ ਹੋਏ ਹੈ ਲਿਖੇ ਹੋਏ ਅਬ ਤੇਰਾ ਖਾਣਾ ਵੀ ਖਾਣਾ ਟਰਾਲੀਆਂ ਵਾਲਾ ਬੜਾ ਕੈਂਸਲ ਹੈ ਅਬ ਲੋਕ ਕਰੋ ਬੜਾ ਵੀ ਸਾਰੇ ਭਾਈ ਮੇਰਾ ਕਿਆ ਲਿਖੇ ਹੋਏ ਆ ਨਾਮ ਨੂੰ ਪੜੀ ਗਿਆ ਹੈ ਬੜਾ ਕੈਂਸਲ ਹੈ ਕੌਣ ਪੜੀ ਗਿਆ ਹੈ देख रहे हैं मेरे साथ आपसे बात करेंगे। मैडम हाउस की जी बैठक 2-2 3-3 घंटे चल रही है, पौने घंटे से खत्म करती जा रही है। इन्होंने कोई काम करना ही नहीं, उन्होंने काम करना ही नहीं, जवाब ही नहीं, इसलिए चले गए दौड़ के। देखिए दूसरे जवाब इसके कमिश्नर साहब आप कह रहे हैं जब तक मैं आया तब तक काम शुरू हुआ तो पहले उन्होंने आप क्या है कमिश्नर साहब ने इसे भी गल्ला चौंका रखा डामा बीजेपी जब तक मैं देखी उन्होंने अपने वर्ड देखो उन्होंने आपने चीज कबूल की है कि चौंका दी 3 साल डेवलपमेंट का कोई काम नहीं नहीं 80 वार्डा चो सिर्फ बीजेपी वार्ड 4 पा रहे हैं जिन्ना का देश सर रेलवे देती सारा देश का बेड़ा गर्क करता इंफ्रास्ट्रक्चर वेचता सारा कुछ 1 ਲੱਖ ਕਰੋੜ ਰੁਪਈਆ ਇਹਨਾਂ ਨੇ ਜਿਹੜੇ ਪ੍ਰਾਈਵੇਟ ਸੈਕਟਰ ਉਹਨਾਂ ਨੂੰ ਦੇ ਕੇ ਇਹਨਾਂ ਨੇ ਦੇਸ਼ ਦੀ ਤਰੱਕੀ ਵਾਸਤੇ 70 ਸਾਲ ਹੋ ਗਏ ਦੇਸ਼ ਨੂੰ ਬਣਾਉਂਦੇ ਆ ਚੰਦ ਮਿੰਟਾਂ ਜੀ ਮੋਦੀ ਸਰਕਾਰ ਮੋਦੀ ਦੇ ਬੇੜਾ ਗਰਕ ਕਰਤਾ ਸਾਰਾ ਕੁਛ ਹੀ मोदी सरकार मेयर साहब जिंदाबाद मोदी सरकार जिंदाबाद
ਕਾਂਗਰਸ ਸਰਕਾਰ ਜਿੰਦਾਬਾਦ ਕਾਂਗਰਸ ਸਰਕਾਰ ਜਿੰਦਾਬਾਦ ਕਾਂਗਰਸ ਸਰਕਾਰ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਮੇਅਰ ਸਾਹਿਬ ਜਿੰਦਾਬਾਦ ਮੇਅਰ ਸਾਹਿਬ ਜਿੰਦਾਬਾਦ ਮੇਅਰ ਸਾਹਿਬ ਜਿੰਦਾਬਾਦ ਉਹਨਾਂ ਨੇ ਆਪਣੇ ਵਾਰਡਾਂ 'ਚ ਰੋਜ਼ ਸਾਨੂੰ ਸਟੇਟਸ ਦੀ ਫੋਟੋ ਦੇਖ ਲਓ। ਵੀਰੇਸ਼ ਮਿੰਟੂ ਜੀ ਸਾਡੇ ਵਾਰਡ ਜਾ ਟਾਈਲਾਂ ਲੱਗ ਗਈਆਂ ਨੇ, ਅੱਜ ਟਿਊਬਲ ਲੱਗ ਰਹੇ ਨੇ, ਇੱਥੇ ਆ ਕੇ ਝੂਠ ਦਾ ਇੱਕ ਪਲੁੰਦਰ ਬਣ ਰਹੇ ਨੇ। ਸਾਰਿਆਂ ਨਾਲੋਂ ਜ਼ਿਆਦਾ ਬੀਜੇਪੀ ਵਾਰਡਾਂ 'ਚ ਕੰਮ ਹੋ ਰਿਹਾ। ਰੋਜ਼ ਜਿਹੜੀ ਇਹ ਫੋਟੋ ਆਉਂਦੀ ਹੈ ਉਦਘਾਟਨ ਕਰਦੇ ਆਂਦੀਆਂ। ਆ ਵੀਰੇਸ਼ ਮਿੰਟੂ ਦੇਖ ਲਓ, ਦੂਸਰੇ ਮੇਰਾ ਵੀਰੇਸ਼ ਮਿੰਟੂ ਨੂੰ ਖੁੱਲਾ ਚੈਲੰਜ ਹੈ, ਵਾਰਡ ਨੰਬਰ 11 ਚ ਆ ਕੇ ਦੇਖ ਲੈ ਡਿਵੈਲਪਮੈਂਟ ਦੇਖਣੀ ਹੈ ਤਾਂ ਮੇਰੇ ਵਾਰਡ 'ਚ ਮੇਰਾ ਵਾਰਡ ਨੂੰ ਯਕੀਨ ਪੈਂਦਾ ਜੀ। ਉਹਨਾਂ ਦਾ ਆਰੋਪ ਸੀਗਾ ਕਿ ਵੈਸਟ ਹਲਕੇ 'ਚ ਹਾਲੇ ਵੀ ਪਾਣੀ ਜਿਹੜਾ ਸੜਕਾਂ ਦੇ ਪ੍ਰੋਪਰ ਖੜਦਾ ਆ। ਦੇਖੋ ਜਿਹੜਾ ਕੰਮ ਚੱਲ ਰਿਹਾ ਇਹਦਾ ਸਮਾਰਟ ਸਿਟੀ ਦਾ 120 ਫੁੱਟੀ ਰੋਡ ਤੇ, ਉਸ ਕੰਮ ਨੂੰ ਸਮਾਂ ਲੱਗਦਾ, ਲੇਕਿਨ ਇਹਨਾਂ 10 ਸਾਲ ਗੁਜ਼ਾਰੇ, ਇਹਨਾਂ ਦੀ ਆਪਣੀਆਂ ਗੱਡੀਆਂ ਉੱਥੇ ਡੁੱਬ ਜਾਂਦੀ ਨੇ। ਕੈਬਨਿਟ ਮੰਤਰੀ ਜਿਹੜਾ ਉਹ ਉੱਥੇ ਡੁੱਬ ਗਿਆ, ਉਹ ਤੱਕ ਕਰ ਨਹੀਂ ਸਕਦਾ। ਮੰਤਰੀ ਸਰਕਾਰ ਦਾ ਹਿੱਸਾ ਰਿਹਾ, ਪੰਜਾਬ ਸਰਕਾਰ 10 ਸਾਲ ਕੈਬਨਿਟ ਦਾ ਹਿੱਸਾ ਰਿਹਾ, ਕੈਬਨਿਟ ਮੰਤਰੀ ਲੋਕਲ ਬਾਡੀ ਮਿਨਿਸਟਰ ਰਿਹਾ। ਨਾਲੇ ਦੇਖੋ ਹੁਣ ਕਮਿਸ਼ਨਰ ਸਾਹਿਬ ਬੜੇ ਵਧੀਆ ਤਰੀਕੇ ਨਾਲ ਸਮਝਾ ਰਹੇ ਸੀ ਇਹਨਾਂ ਨੂੰ ਕਿ ਕਰੋਨਾ ਕਾਲ ਦਾ ਜੋ ਦੌਰਾਨ ਰਿਹਾ ਉਹਦੇ ਕਾਰਨ ਥੋੜਾ ਡਿਲੇ ਵੀ ਹੋ ਸਕਦਾ ਹੈ। ਇਹ ਫਾਸਟ ਚੱਲ ਰਹੇ ਹੈ। ਹੁਣ ਉਹਨਾਂ ਨੂੰ ਵੈਸੇ ਜਿਹੜਾ ਬਿੱਟੂ ਹੈ ਜਿੱਦਾਂ ਕਹਿ ਰਹੇ ਆ, ਵਾਕਈ ਉਹਨੂੰ ਫੋਟੋਆਂ ਪਾ ਕੇ ਫੇਸਬੁੱਕ ਭਰੀ ਹੁੰਦੀ ਹੈ ਵੀ ਮੇਰਾ ਡਿਵੈਲਪਮੈਂਟ ਹੋ ਰਹੀ ਹੈ ਤੇ ਟਿਊਬਲ ਲੱਗ ਗਿਆ ਹਰ ਵਾਰਡ ਆਉਂਦੇ। ਸਰ ਇੱਕ ਗੱਲ ਦੀ ਜਵਾਬ ਦੇ ਦਿਓ ਕਿ ਹਰ ਵਾਰੀ 2-3 ਘੰਟੇ ਹਾਊਸ ਦੀ ਮੀਟਿੰਗ ਚੱਲਣ ਵਾਲੀ ਅੱਜ ਜਿਹੜਾ ਪੌਣੇ ਘੰਟੇ 'ਚ ਖਤਮ ਕੀਤੀ ਗਈ, ਇਹਦਾ ਕੀ ਕਾਰਨ? ਤੁਹਾਡੇ ਸਾਹਮਣੇ ਦੱਸੋ ਮੈਨੂੰ, ਇਹਨਾਂ ਕੋਲ ਮੁੱਦਾ ਹੁੰਦਾ ਨਹੀਂ, ਰੌਲਾ ਪਾਉਂਦੇ ਨੇ। ਬੀਜੇਪੀ ਸਾਡੇ ਗੱਲ ਹੀ ਨਹੀਂ ਸੁਣੀ ਜਾ ਰਹੀ ਹੈ ਤਾਂ ਅਸੀਂ ਛੱਡ ਕੇ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਤੁਸੀਂ ਉੱਥੇ ਮੀਡੀਆ ਉੱਥੇ ਕਮਿਸ਼ਨ ਦਾ ਜਵਾਬ ਦੇਣੇ ਸੁਣੀ ਜਾ ਰਹੀ ਹੈ, ਜਵਾਬ ਦੇ ਰਹੇ ਉਹ ਸੁਣਨਾ ਨਹੀਂ ਚਾਹੁੰਦਾ। ਮੇਅਰ ਸਾਹਿਬ ਕਮਿਸ਼ਨ ਸਾਹਿਬ ਜਵਾਬ ਦੇ ਰਹੇ, ਗੱਲ ਨੂੰ ਕਹਿ ਰਹੇ ਸੁਣਨਾ ਨਹੀਂ ਜਾ ਤੁਹਾਡੇ ਸਾਹਮਣੇ ਸੀਗੇ, ਉਹ ਬੋਲ ਰਹੇ ਮਿੰਟੂ ਜੀ ਮੈਨੂੰ ਬੋਲਣ ਦੇਵੋ। ਸਰ ਜਦੋਂ ਬੀਜੇਪੀ ਦੇ ਕਾਉਂਸਲਰ ਬੋਲਦੇ ਸੀਗੇ ਤੇ ਕਾਂਗਰਸ ਦੇ ਕਿਉਂ ਉੱਠ ਕੇ ਮਤਲਬ ਉਹਨਾਂ ਨੂੰ ਨਹੀਂ, ਮੈਂ ਗਲਤ ਉਹ ਪਾਰਟੀ ਵਾਲੀ ਤੁਸੀਂ ਕੀ ਕਹਿਣਾ ਤੁਸੀਂ ਮੇਰੇ ਸਾਡਾ ਚੌਥਾ ਸਤੰਭ ਮੀਡੀਆ ਸਾਡੇ ਕੋਲ ਸਾਰਾ ਕੁਝ ਹੈਗਾ ਰਾਈਟ ਹੈ ਸਾਡੇ ਸਾਨੂੰ ਪਤਾ ਕਿ ਸਾਨੂੰ ਦੱਸ ਕੇ ਗਏ ਆ ਸਾਨੂੰ ਲਾਈਟ ਚਾਹੀਦੀ ਆ। ਕਿਤੇ ਕਿਤੇ ਚੋਰੀ ਦੇ ਘਟਨਾਵਾਂ ਵਾਰਡ ਨੰਬਰ 73 ਚ ਬਹੁਤ ਹੋ ਰਹੀਆਂ ਆ ਤੇ ਪਰ ਜਿਹੜੇ ਕਹਿ ਰਹੇ ਡਿਵੈਲਪਮੈਂਟ ਹੋ ਰਹੀ ਹੈ ਨਾ, ਉਹ ਚਲੇ ਇੱਕ ਵਾਰ ਵੈਸਟ ਵਾਰਡ 77 ਤੇ 73 ਵਿਜ਼ਿਟ ਕਰ ਲੈਣ, ਉਹਨਾਂ ਨੂੰ ਪਤਾ ਚੱਲ ਜੂਗਾ ਕੀ ਡਿਵੈਲਪਮੈਂਟ ਹੋਇਆ। ਇੱਕ ਵਾਰੀ ਸਿਰਫ ਅਸੀਂ ਮੀਡੀਆ ਰਾਹੀਂ ਕੱਲ ਵੀ ਪਹੁੰਚਾਈ ਸੀ ਗੱਲ, ਕੱਲ ਵੀ ਅਸੀਂ ਕਿਹਾ ਸੀ, ਅਸੀਂ ਫੇਸਬੁੱਕ ਤੇ ਵੀ ਲਾਈਵ ਪਾਇਆ ਸੀ ਕਿ ਸਾਡੇ ਨਾਲ ਇਦਾਂ ਹੋ ਰਿਹਾ ਆ ਤੇ ਅਸੀਂ ਸੋਚਦੇ ਕਿ ਮੀਡੀਆ ਹੀ ਇੱਕ ਜਰੀਆ ਜਿਹੜਾ ਇਹਨਾਂ ਤੱਕ ਗੱਲ ਪਹੁੰਚਾ ਸਕਦਾ, ਪਰ ਇਹਨਾਂ ਦੀ ਗੱਲ ਬੰਦ ਆ। ਇਹ ਤਾਂ ਹੀ ਉੱਠ ਕੇ ਚੱਲ ਗਏ, ਸਾਰੇ ਹਾਊਸ ਦੀ ਗੱਲ ਰੱਖੀ, ਫੇਰ ਨਹੀਂ ਉਹਨਾਂ ਸਾਰੇ ਹਾਊਸ ਚ ਗੱਲ ਰੱਖੀ ਤਾਂ ਵੀ ਜਵਾਬ ਨਹੀਂ ਸੀਗਾ। ਆਪਣਾ ਨੰਬਰ ਦੇ ਕੇ ਕਾਂਗਰਸ ਦੇ ਕਾਉਂਸਲਰ ਸਾਹਿਬ ਨੂੰ ਨਾਮ ਲਿਖਾ ਕੇ ਇਹਦੇ ਚ ਕੋਈ ਨਹੀਂ ਭਾਜੀ ਭਰਾ ਬੰਦੇ ਇੱਕ ਅਲੱਗ ਆ, ਪਾਰਟੀਆਂ ਅਲੱਗ ਹੈਗੀ। ਅਸੀਂ ਆਪਣਾ ਪੱਕ ਰੱਖਿਆ, ਉਹਨਾਂ ਨੇ ਆਪਣਾ ਰੱਖਣਾ। ਅਸੀਂ ਸਮਾਜ 'ਚ ਵਿਚਰਨ ਵਾਲੇ ਲੋਕ ਆ, ਕੋਈ ਇਦਾਂ ਦੀ ਗੱਲ ਨਹੀਂ। ਤੇ ਸਰ ਅੱਜ ਮੇਅਰ ਸਾਹਿਬ ਆਏ ਆ, ਰੁਕੇ ਕਿਉਂ ਨਹੀਂ ਤੁਹਾਡੇ ਕਹਿਣ ਦੇ ਸਾਰੇ? ਇਹ ਤਾਂ ਮੇਅਰ ਸਾਹਿਬ ਜਵਾਬ ਦੇ ਸਕਦੇ ਆ। ਉਹਨਾਂ ਰੁਕਣਾ ਚਾਹੀਦਾ ਸੀ, ਸ਼ਾਂਤੀਪੂਰਵਕ ਕੰਮ ਹੋ ਰਿਹਾ ਸੀ। ਥੋੜਾ ਜਿਹਾ ਜਿਹੜੇ ਆਪਣੇ ਕਾਂਗਰਸੀ ਕੌਂਸਲ ਜਾਣ ਕੇ ਨੂੰ ਰੌਲਾ ਪਾ ਕੇ ਮੀਟਿੰਗ ਨੂੰ ਆਪਣਾ ਕੰਮ ਤੇ ਜਿੰਨਾ ਪਾਸ ਕਰਾਉਣਾ। ਉਹਨਾਂ ਦਾ ਤਾਂ ਕਹਿਣਾ ਕਿ ਅਸੀਂ ਗੱਲ ਸੁਣੀ ਜਾ ਰਹੀ ਸੀਗੀ ਕਿ ਤੁਸੀਂ ਕੌਂਸਲਰ ਦੇ ਨੇ ਰੋਲਾ ਪਾ ਕੇ ਗੱਲ ਹੀ ਕਰਾਤੇ। ਜਿਹੜਾ ਸਰ ਤੁਸੀਂ ਸਟੇਜ ਤੇ ਧਰਨਾ ਲਗਾਉਣ ਗਏ ਹੋ ਬੀਜੇਪੀ ਵਾਲੇ, ਉਹਦੇ ਕਰਕੇ ਉੱਠ ਕੇ ਗਏ ਆ ਉਹਨਾਂ ਨੇ? ਜਵਾਬ ਨਹੀਂ ਦਿੱਤਾ ਉਹਨਾਂ ਨੇ, ਜਵਾਬ ਮੰਗਣ ਗਏ ਸੀਗੇ। ਉਸ ਤੋਂ ਬਾਅਦ ਉਹ ਜੋ ਹੋਇਆ ਤੁਹਾਡੇ ਸਾਹਮਣੇ। ਬਹੁਤ ਟਾਈਮ ਖਰਾਬ ਕੀਤਾ ਤੁਸੀਂ ਅੱਜ ਸਾਨੂੰ ਫੋਟੋ ਖਿੱਚੀ ਆ, ਦੇਖੋ ਸਾਰੇ ਕਾਂਗਰਸ ਦੇ ਤੁਸੀਂ ਸਾਰਿਆਂ ਨੇ ਕੱਲ ਭਰਾ ਕੱਢੀ ਉੱਪਰ ਮੁਕਾਬਲਾ ਲਾ ਕੇ ਜਾਵਾਂਗੇ। ਸ਼ੁਰੂਆਤ ਮੈਂ ਤੁਹਾਡੇ ਤੋਂ ਕਰਾਈ, ਲੜਾਈ ਨਾ ਕਰੋ, ਜਿਹੜੀ ਆਪਾਂ ਭਰਾ ਨੇ ਆਪੇ ਜੋ ਮਰਜ਼ੀ ਗੱਲ ਕਰਦੇ, ਪਰ ਮੈਂ ਤਾਂ ਕਹਿੰਦਾ ਆਪਣੇ ਲੀਡਰ ਸੰਭਾਲੋ। ਤੁਹਾਡੇ ਲੀਡਰ ਪਾਰਟੀ ਬਦਲਣ ਲੱਗੇ ਆ ਕਿ ਨਹੀਂ, ਇਕੱਠੇ ਕਿੰਨੀ ਬਦਲਣ ਲੱਗੇ ਆ? ਬੱਬੀ ਚੱਡਾ ਜੀ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਪਹਿਲਾਂ ਹਾਊਸ ਦੇ ਬੈਠੇ ਪੌਣੇ ਘੰਟੇ ਵਿੱਚ ਚੱਕ ਦਿੱਤੀ ਗਈ। ਪੌਣੇ ਘੰਟੇ ਹੀ ਤਾਂ ਚੱਕ ਦਿੱਤੀ ਸੀ, ਹੁਣ
ਬੀਜੇਪੀ ਵਾਲਿਆਂ ਨੇ ਕੰਮ ਹੀ ਨਹੀਂ ਹੋਣ ਦਿੱਤਾ। ਪਹਿਲਾਂ ਆਪਣਾ ਹੀ ਰੋਲਾ ਵੇ 0 ਓਵਰ ਸ਼ੁਰੂ ਹੋਇਆ, ਆਪਣੇ ਮਤੇ ਪਾਸ ਕਰਾਉਣੇ ਸੀ, ਉਹ ਇਹਨਾਂ ਨੇ ਹੋਣ ਹੀ ਨਹੀਂ ਦਿੱਤੇ। ਅੱਧਾ ਘੰਟਾ ਇਹਨਾਂ ਦਾ ਕੰਮ ਹੁਣ ਇਹਨਾਂ ਕੋਲ ਹੈਗੇ ਆ ਬੀਜੇਪੀ ਕੋ ਕੌਂਸਲ ਘੱਟ, ਇਹਨਾਂ ਦਾ ਕੰਮ ਵੀ ਹੋਣ ਨਹੀਂ ਆ, ਫੇਰ ਵੀ ਅਗਲੇ ਟਾਈਮ ਪਾਸ ਕਰਕੇ ਦੌੜ ਜਾਈਏ ਘਰ ਨੂੰ। ਚੱਡਾ ਜੀ ਬੀਜੇਪੀ ਦੇ ਕਾਉਂਸਲਰ ਮੈਡਮਾਂ ਦਾ ਕਹਿਣਾ ਕਿ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਤੇ ਤੁਸੀਂ ਵਿੱਚ ਮਾਈਕ ਚੱਕ ਕੇ ਬੋਲਣਾ ਸ਼ੁਰੂ ਕਰ ਦਿੰਦੇ। ਨਹੀਂ, ਅਸੀਂ ਏਦਾਂ ਨਹੀਂ ਬੋਲਦੇ, ਜਿੱਲੇ ਉਹ ਪਾਰਟੀ ਦੇ ਅਗੇਂਸਟ ਬੋਲਦੇ ਫੇਰ ਬੋਲਦੇ ਆ। ਉਹਨਾਂ ਨੂੰ ਆਪਣਾ ਹੱਕ ਆ, ਹਰ ਕਾਉਂਸਲਰ ਨੂੰ ਆਪਣੇ ਵਾਰਡ ਦਾ ਜਿਹੜਾ ਵੀ ਕੋਈ ਉਹਨਾਂ ਨੂੰ ਤਕਲੀਫ ਹੈ ਉਹਨਾਂ ਨੂੰ ਆਪਣਾ ਹੱਕ ਆ ਉਸ ਗੱਲ ਕਰਨ ਦਾ। ਜਿੱਲੇ ਆਪਾਂ ਕਾਂਗਰਸ ਦੇ ਬਰਖਲਾ ਬੋਲਾਂਗੇ ਤਾਂ ਸਾਡੀ ਪਾਰਟੀ ਬੋਲੇਗੀ। ਸਰ ਹਾਊਸ ਦੀ ਬੈਠਕ ਤੋਂ ਬਾਅਦ ਨੰਦਰ ਰੈੱਡ ਕ੍ਰਾਸ ਭਵਨ ਦੇ ਵਿੱਚ ਤੁਸੀਂ ਨਾਰੇ ਲਾਏ ਮੋਦੀ ਖਿਲਾਫ, ਲੇਕਿਨ ਜਲੰਧਰ ਔਰ ਪੰਜਾਬ ਦੇ ਵਿੱਚ ਤੇ ਕਾਂਗਰਸ ਦੀ ਸਰਕਾਰ ਹੈ, ਇਹਦੇ ਬਾਰੇ ਉਹ ਜਨਾਬ, ਜੇ ਤੁਸੀਂ ਕਾਂਗਰਸ ਨੂੰ ਕੁਝ ਕਹੋਗੇ ਤਾਂ ਮੈਂ ਬੀਜੇਪੀ ਨੂੰ ਕਹਾਂਗੇ। 10 ਸਾਲ ਹੋ ਗਏ ਆ ਇੱਥੇ ਬੀਜੇਪੀ ਅਕਾਲੀ ਦਾ ਰਾਜ ਸੀ। ਇਹ ਜਿਹੜੇ ਅੱਜ ਕਿਸ਼ਨਪੁਰੇ ਦਾ ਉਹਦਾ ਕਹਿ ਰਿਹਾ ਮੈਂ ਖੁਦ ਲੰਗਰ ਵੰਡਣ ਜਾ ਰਿਹਾ, ਖੁਦ ਉਹ ਅੱਜ ਜਿਹੜੇ ਖੁਸ਼ੀਆਂ ਮਨਾਉਣ ਕੇ ਉੱਥੇ ਕੰਮ ਹੋ ਰਹੇ ਆ। ਜੇ ਮੇਅਰ ਸਾਹਿਬ ਇਹ ਕੰਮ ਨਾ ਕਰਾਉਂਦੇ ਤੇ ਅੱਜ ਵੀ ਡੁੱਬੇ ਹੋਣੇ ਸੀ ਉਸ ਇਲਾਕੇ। ਫੇਰ ਵੀ ਕਹੀ ਜਾਂਦੇ ਅੱਜ ਅਸੀਂ ਡੁੱਬੇ ਪਏ ਹਾਂ। ਸਭ ਤੋਂ ਜ਼ਿਆਦਾ ਕੰਮ ਵੀ ਇਹਨਾਂ ਦੇ ਇਲਾਕੇ 'ਚ ਹੋਏ। ਚੈੱਕ ਕਰੋ ਜਰਾ ਕਿ ਖੁਦ ਤੁਸੀਂ ਜਾ ਕੋਈ ਨਹੀਂ। ਲੋਕੀ ਪਰੇਸ਼ਾਨ ਹੈ। ਬਟ ਬਾਕੀ ਮੇਅਰ ਸਾਹਿਬ ਕਹਿੰਦੇ ਕਿ ਮਤਾ ਪਾਸ ਹੋ ਗਿਆ, ਸਾਰੇ ਕੰਮ ਵਧੀਆ ਹੋ ਰਹੇ ਆ, ਤੇ ਤੁਸੀਂ ਫਿਰ ਮਤੇ ਤੇ ਬਹੁਤ ਪਾਸ ਹੋਏ। ਹਾਂਜੀ ਹੁਣ ਠਾਕੁਰ ਸਿੰਘ ਕਲੋਨੀ ਹੈ, ਤੁਸੀਂ ਤਾਂ ਉੱਥੋਂ ਦੇ ਹੀ ਹੋ। ਦੇਖੋ ਇਹ ਦੂਸਰੀ ਹਾਊਸ ਦੀ ਮੀਟਿੰਗ 'ਚ ਪਾਸ ਹੋਇਆ ਸੀ ਕਿ ਅੱਜ ਜਾ ਕੇ ਤੁਸੀਂ ਸਾਰੇ ਜਾਣੇ ਇੱਥੇ ਭਰਾ ਜਾਣਾ ਕਿ ਉਹ ਸੜਕਾਂ ਬਣ ਗਈਆਂ। ਠੇਕੇਦਾਰ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ ਆ, ਇੱਕ ਕੰਮ ਠੀਕ ਕਰਦੇ ਦੂਸਰਾ ਖਰਾਬ ਕਰ ਦਿੰਦੇ ਆ, ਤੇ ਉਹਨਾਂ ਨੂੰ ਪੁੱਛਣਾ ਕਿਹਨੇ? ਮੇਅਰ ਸਾਹਿਬ ਦੀ ਡਿਊਟੀ ਹੈ, ਕਿਉਂਕਿ ਅਸੀਂ ਰਿਕੁਐਸਟ ਕਰ ਸਕਦੇ। ਜੇ ਉਹਨਾਂ ਨੇ ਗੱਲ ਹੀ ਨਹੀਂ ਸੁਣਨੀ ਤੇ ਮੀਟਿੰਗਾਂ ਬੁਲਾਉਣ ਦਾ ਕੀ ਫਾਇਦਾ? ਗੱਲ ਹੀ ਨਹੀਂ ਸੁਣਨੀ ਤਾਂ ਹੀ ਉੱਠ ਕੇ ਚਲੇ ਗਏ। ਕੋਈ ਨਹੀਂ ਹੈ ਹਾਊਸ ਵਿੱਚ ਵੀ ਜਵਾਬ ਦੇਣੀ, ਮੀਟਿੰਗ ਪੋਸਟਪੋਨ ਕਰ ਜਾਂਦੇ ਆ ਆਪਣੀ ਮਰਜ਼ੀ ਨਾਲ। ਤੁਸੀਂ ਮੀਟਿੰਗ ਅਸੀਂ ਕਿੰਨੀ ਦੂਰੋਂ ਆਉਂਦੇ ਆ, ਮੀਟਿੰਗ ਅੱਧੇ ਘੰਟਾ ਪਹਿਲਾਂ। ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਸਾਡੇ ਨਾਲੋਂ ਤਾਂ ਸਮਾਂ ਵੱਧ ਇਹਨਾਂ ਦੇ ਡਿਵੈਲਪਮੈਂਟ ਦੇ ਕੰਮ ਹੁੰਦੇ ਪਏ ਆ। ਇਹ ਸਿਰਫ ਰੌਲਾ ਪਾ ਕੇ ਇੱਕ ਪਬਲਿਸਿਟੀ ਸਟਾਈਲ ਇਹ ਸਾਰੇ ਮੇਰੀ ਗੱਲ ਦੇ ਵਾਰਡ ਸਾਡੇ ਵਾਰਡ ਵਿਜ਼ਿਟ ਕਰੋ, ਤੁਸੀਂ ਆਓ ਸਾਡੇ ਵਾਰਡ। ਉਹਨਾਂ ਦਾ ਕਹਿਣਾ ਕਿ ਮੇਅਰ ਸਾਹਿਬ ਤਾਂ ਗੱਲਾਂ ਦਾ ਜਵਾਬ ਦੇ ਰਹੇ ਸੀ, ਬੀਜੇਪੀ ਦੀ ਜਿਹੜੀ ਲੇਡੀਜ਼ ਕੌਂਸਲਰ ਵੱਲੋਂ ਸਟੇਜ ਦੇ ਉੱਪਰ ਜਾ ਕੇ ਜਿਹੜਾ ਮਾਹੌਲ ਖਰਾਬ ਕਰਕੇ ਮੀਟਿੰਗ ਨੂੰ ਰੱਦ ਕੋਈ ਸ਼ਾਂਤੀ ਨਾਲ ਖਰਾਬ ਨਹੀਂ ਕੀਤਾ। ਸਾਡਾ ਜਵਾਬ ਆਇਆ ਨਹੀਂ ਤਾਂ ਸਾਨੂੰ ਸਟੇਜ ਤੇ ਜਾਣਾ। ਉਹਨਾਂ ਦਾ ਕਹਿਣਾ ਕਿ ਮੈਂ ਤਾਂ ਜਵਾਬ ਦੇ ਰਿਹਾ ਸੀਗਾ। ਮਾਹੌਲ ਖਰਾਬ ਹੈ, ਉਹਦੀ ਜਵਾਬ ਕਿਹਨੇ ਦੇਣਾ? ਇਹਨਾਂ ਨੂੰ ਆਪਣੀ ਜਿਹੜੀ ਇਹ ਮਤੇ ਪਾਸ ਕਰਨੇ ਨੇ, ਮਤੇ ਪਾਸ ਕਰੋ, ਜਵਾਬ ਮੰਗੋ, ਦੌੜ ਜਾਂਦੇ ਆ। ਇਹ ਜਵਾਬ ਦੇ ਇਹਨਾਂ ਦੇ ਸਾਡੇ ਜਵਾਬ ਚ ਲੱਗਣਾ ਸੀਗਾ 4 ਮਹੀਨੇ ਤੋਂ ਕਮਿਸ਼ਨਰ ਸਾਹਿਬ ਨਹੀਂ ਆਈ। ਕਮਿਸ਼ਨਰ ਸਾਹਿਬ ਨੇ ਆਪ ਇਹ ਗੱਲ ਕਹੀ ਹੈ ਕਿ ਜਦ ਦਾ ਮੈਂ ਆਇਆ ਮੈਂ ਉਹ ਪ੍ਰੋਜੈਕਟਾਂ ਦੀ ਫਾਈਲ ਖੋਲੀ ਹੈ ਚੌਂਕਾ ਦੀ। ਪਹਿਲਾਂ 2.5 ਸਾਲ ਕਿੱਥੇ ਕੋਈ ਕੰਮ ਹੋਇਆ? ਉਹਨਾਂ ਨੇ ਆਪ ਕਿਹਾ ਕਿ 2.5 ਸਾਲ ਕੁਝ ਨਹੀਂ ਹੋਇਆ। ਤੁਸੀਂ ਨੋਟ ਕਰਿਓ, ਤੁਸੀਂ ਰਿਕਾਰਡਿੰਗ ਦੇਖਿਓ ਤੇ ਤੁਸੀਂ ਨੋਟ ਕਰਿਓ। ਤੇ ਉਹ ਆਪਣੇ ਮੂੰਹ ਹੀ ਕਹਿ ਰਹੇ ਕਿ ਕੋਈ ਕੰਮ ਨਹੀਂ ਹੋਇਆ ਸੀ। ਮੈਂ ਆ ਕੇ ਪਤਾ ਕਹਿਣਾ ਕਿ ਇਹਨਾਂ ਦੀ ਗਿਣਤੀ ਘੱਟ ਹੋਣ ਕਰਕੇ ਇਹ ਸਿਰਫ ਰੌਲਾ ਪਾ ਕੇ ਮੀਟਿੰਗ ਖਰਾਬ ਹੀ ਕਰਦੇ ਆ। ਕੋਈ ਗੱਲ ਹੋਰ ਡਿਵੈਲਪਮੈਂਟ ਦਾ ਕੰਮ ਹੋਣ ਹੀ ਨਹੀਂ ਦਿੰਦੇ। ਬਸ ਆਵਾਜ਼ ਉਠਾਓ ਤੇ ਜੀ ਐਵੇਂ ਲੱਗੇ ਹੋਏ ਆ। ਅਸੀਂ ਆਪਣੇ ਦੇਖੋ ਜੀ 80 ਕਾਉਂਸਲਰਾਂ ਚੋਂ ਸਿਰਫ 4 ਬੀਜੇਪੀ ਦੇ ਕਾਉਂਸਲਰਾਂ ਦੇ ਜੇ ਵਾਰਡਾਂ 'ਚ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ, ਅਸੀਂ ਆਵਾਜ਼ ਉਠਾਣੇ ਕਿਸੇ ਹੋਰ ਨੇ ਤਾਂ ਨਹੀਂ ਉਠਾਣਾ। ਸਾਡੇ ਵਾਰਡ ਦੇ ਲੋਕਾਂ ਦੀ ਜ਼ਿੰਮੇਵਾਰੀ ਸਾਡੇ ਵਾਰਡ 'ਚ ਚੋਰੀਆਂ ਹੋ ਰਹੀਆਂ, ਸਾਡੇ ਵਾਰਡ 'ਚ ਗਲਤ ਕੰਮ ਹੋ ਰਿਹਾ, ਅਸੀਂ ਆਵਾਜ਼ ਉਠਾਣੀ। ਸਾਡੇ ਕਿਉਂ ਇਹਨਾਂ ਨੇ ਪਹਿਲਾਂ ਲਾਈਆਂ ਪੁਆਇੰਟ ਜਿੱਥੇ ਨਹੀਂ ਲਾਈਟਾਂ ਹੈਗੀਆਂ, ਇਹਨਾਂ ਨੂੰ ਅਸੀਂ ਦੱਸਣਾ ਕਿ ਕਿੱਥੇ ਲਾਈਟਸ ਨਹੀਂ ਹੈਗੀਆਂ। ਇਹ ਆਪਣੀ ਮਰਜ਼ੀ ਨਾਲ ਲਾਈਟ ਲਿਆ ਕੇ ਪਤਾ ਕਿੱਥੇ ਰੱਖਦੀਆਂ, ਦੱਸਿਆ ਨਹੀਂ ਕਿੰਨੀਆਂ ਰੱਖੀਆਂ। ਉਹਨਾਂ ਦੀ ਵਾਰਡ 'ਚ ਸਾਨੂੰ ਕਦੀ ਕਹਿੰਦੇ ਲਾਈਟਾਂ ਹੈ ਹੀ ਨਹੀਂ, ਸਾਡੇ ਵਾਰਡ 'ਚ ਰਖਾਤੀਆਂ ਤੁਹਾਡੇ ਵਾਰਡ 'ਚ। ਨਹੀਂ, ਕਾਂਗਰਸੀਆਂ ਦੇ ਵਾਰਡ 'ਚ ਵੀ ਜਾ ਕੇ ਤੁਸੀਂ ਚੈੱਕ ਕਰੋ ਕਿ ਉੱਥੇ ਕਿਹੜਾ ਡਿਵੈਲਪਮੈਂਟ ਹੋ ਰਹੀ ਹੈ। ਚਲੋ ਅਸੀਂ ਤੇ ਮਾਹੌਲ ਖਰਾਬ ਕਰ ਰਹੇ ਨਾ, ਉਹ ਕਿਹੜਾ ਡਿਵੈਲਪਮੈਂਟ ਕਰ ਰਹੇ? ਉਹ ਖੁਦ ਪੂਰੇ ਸ਼ਹਿਰ ਦਾ ਹਾਲ ਦੇਖੋ ਤੁਸੀਂ ਕਿ ਸਾਡੇ ਵਾਰਡ ਨਾਲ ਇਹਨਾਂ ਹੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ। ਤੁਹਾਡਾ ਕਹਿਣਾ ਕਿ ਕਾਂਗਰਸੀ ਕੌਂਸਲਰਾਂ ਨੇ ਤਾਂ ਤੁਹਾਡੇ ਨਾਲ ਜਿਹੜਾ ਪੱਖਪਾਤ ਜਿਹੜਾ ਕੀਤਾ ਜਾ ਰਿਹਾ ਹੈ। ਹਾਂ, ਪੱਖਪਾਤ ਵੀ ਕਰ ਰਹੇ, ਪਰ ਅਸੀਂ ਭਾਜੀ ਅਸੀਂ ਤੇ ਕੰਮ ਕਰਨ ਆਏ ਆ। ਅਸੀਂ ਕਾਂਗਰਸੀ ਜਾਂ ਬੀਜੇਪੀ ਦਾ ਮਤਾ ਨਹੀਂ ਹੈ। ਇਹ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕਰੋ। ਇਹ ਕਿਉਂ ਨਹੀਂ ਕਰਦੇ? ਉੱਥੇ ਉਹ ਮੋਦੀ ਜੀ ਨੂੰ ਗਾਲਾਂ ਕੱਢ ਰਹੇ, ਉੱਥੇ ਉਹ ਕਰ ਰਹੇ। ਕਮ ਸੇ ਕਮ ਅਸੀਂ ਤੇ ਕਹਿ ਰਹੇ ਸਾਡੀ ਗੱਲ ਸੁਣੀ ਜਾਵੇ। ਮੇਅਰ ਸਾਹਿਬ ਇੱਥੇ ਹੈ, ਅਸੀਂ ਉਹਨਾਂ ਨੂੰ ਦੱਸਣਾ, ਮੋਦੀ ਜੀ ਨੂੰ ਜਾ ਕੇ ਮਿਲਣਾ ਕਿ ਉਹ ਕੀ ਕਰ ਰਹੇ। ਉਹ ਤੇ ਆਪਣਾ ਅੱਛੀ ਤਰ੍ਹਾਂ ਕੰਮ ਕਰ ਰਹੇ ਪੂਰੇ ਦੇਸ਼ ਦਾ। ਅਸੀਂ ਆਪਣੀ ਸਮੱਸਿਆ ਇੱਥੇ ਰੱਖਣੀ, ਤੁਹਾਨੂੰ ਸੁਣਨਗੇ ਨਹੀਂ ਤਾਂ ਫਿਰ ਸਾਨੂੰ ਕੀ ਫਾਇਦਾ? ਜੀ 80 ਵਾਰਡ ਨੂੰ ਮੇਅਰ ਸਾਹਿਬ ਨੂੰ 47 ਆਏ ਕਾਉਂਸਲਰ, ਇਹ ਹੀ ਦਿਖਾਉਂਦੇ ਆ ਕਿ ਕਿਸੇ ਨੂੰ ਵਿਸ਼ਵਾਸ ਹੀ ਹੈ ਨਹੀਂ ਹੁਣ ਮੇਅਰ ਸਾਹਿਬ ਤੇ। ਇਹਨਾਂ ਨੇ ਕੰਮ ਕਰਨਾ ਹੀ ਨਹੀਂ। ਉਹ ਵੀ ਆਪਣੇ ਖਾਸ ਬੰਦੇ ਰੱਖੇ ਜਿਨ੍ਹਾਂ ਨਾਲ ਇਹ ਜਾਂਦੇ ਹਰ ਜਗ੍ਹਾ। ਆਪਣੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੇ ਤੁਹਾਨੂੰ ਸਾਡੇ ਤੋਂ ਜ਼ਿਆਦਾ ਸਾਡੇ 3 ਜਣੇ ਨੂੰ ਸਾਡੇ ਜਿੰਨੇ ਅਸੀਂ ਗਿਣਤੀ ਚਾਹੇ ਉਹਨਾਂ ਨੂੰ ਗੱਲ ਨਹੀਂ ਰੱਖਣ ਦਿੰਦੇ। ਫਿਰ ਉਹ ਪਹਿਲਾਂ ਪਾਉਂਦੇ ਆ। ਮੈਡਮ ਅਸੀਆਂ ਚੋਂ ਕਿੰਨੇ ਅੱਜ ਕਾਉਂਸਲਰ ਆਏ ਜੀ?
47 47 ਤੁਸੀਂ ਰਜਿਸਟਰ ਦੇਖ ਸਕਦੇ 37 ਮੈਨੂੰ 37 ਦੇ ਰਜਿਸਟਰ ਦੇਖ ਲਿਓ ਤੁਸੀਂ। ਬਾਕੀ ਤੇ ਕਾਂਗਰਸੀ ਹੈ 4 5 6 ਤੇ ਅਸੀਂ ਆਏ 37 ਚੋਂ ਵੀ 4 ਦੀ ਗੱਲ ਨਹੀਂ ਰੱਖ ਉਹ ਸੁਣੀ ਨਹੀਂ ਪਏ ਆਨਸਰ ਹੀ ਨਹੀਂ ਕਰਦੇ। ਇਹ ਹੁਣ ਤੁਸੀਂ ਦੱਸੋ ਭਾਜੀ, ਤੁਸੀਂ ਚਲੋ ਸਾਡਾ ਵਾਰਡ ਘੱਟ ਗਿਣਤੀ ਦਾ ਨਹੀਂ ਉਹ ਸਮੱਸਿਆ ਹੱਲ ਕਰ ਸਕਦੇ ਤੇ ਪੂਰੇ ਸ਼ਹਿਰ ਦੀ ਸਮੱਸਿਆ ਹੱਲ ਕਰਾਂਗੇ। ਨਹੀਂ ਭਾਜੀ, ਮੈਂ ਤੁਹਾਨੂੰ ਇਨਵਾਈਟ ਕਰ ਰਹੀ ਹੁਣੇ ਚੱਲੋ ਵਾਰਡ 17 ਜਾਓ 77 ਤੇ ਜਾਓ, ਤੁਸੀਂ ਦੇਖੋ ਕਿਹੜੀਆਂ ਕਮੀਆਂ। ਇਹ ਸੁਣਨ ਨੂੰ ਤਿਆਰ ਨਹੀਂ, ਵਿਜ਼ਿਟ ਕਰਦੇ ਆ ਆਪਣੇ ਸ਼ਹਿਰ 'ਚ। ਅਸੀਂ 3 ਸਾਲ ਤੋਂ ਮੈਂ ਆਪਣੇ ਵਾਰਡ 'ਚ ਬੁਲਾ ਰਹੀ ਹਾਂ। ਵੈਸੇ ਫੰਕਸ਼ਨਾਂ ਚਾਹੁੰਦੇ ਆ ਪਰ ਇਹਨਾਂ ਦਾ ਬਣਦਾ ਨਹੀਂ ਕਿ ਅਸੀਂ ਉਹਨਾਂ ਦੇ ਕਾਉਂਸਲਰ ਆ, ਉਹਨਾਂ ਦੀ ਟੀਮ 'ਚ ਹੀ ਹੈ। ਇਹ ਕਿਉਂ ਬੀਜੇਪੀ ਔਰ ਕਾਂਗਰਸ ਕਰਦੇ ਰਹਿੰਦੇ, ਕਿਉਂ ਨਹੀਂ ਸ਼ਹਿਰ ਦੀ ਗੱਲ ਸੁਣਦੇ? ਮੇਰੇ ਵਾਰਡ 'ਚ ਟਿਊਬਵੈਲ ਹੈ, ਕਬੀਰ ਵਿਹਾਰ ਮੇਰੇ ਵਾਰਡ 'ਚ ਪੈਂਦਾ ਹੈ, ਉਹਦੇ ਸਾਹਮਣੇ ਨਾ ਕਬੀਰ ਮੰਦਿਰ ਦੇ ਸਾਹਮਣੇ ਟਿਊਬਵੈਲ ਹੈ। 1.5 ਸਾਲ ਤੋਂ ਉਹਦਾ ਵਰਕ ਆਰਡਰ ਵੀ ਪਾਸ ਹੋਇਆ, ਹਾਲੇ ਤੱਕ ਉਹਦਾ ਉਦਘਾਟਨ ਕਰਨ ਨਹੀਂ ਹੋਇਆ। ਹੁਣ ਕਿਸੇ ਨੂੰ ਬਾਹਰੋਂ ਬੁਲਾਣਾ ਇਹਨਾਂ ਨੇ, ਚੀਫ ਮਿਨਿਸਟਰ ਇਹਨਾਂ ਦੇ ਕੰਮ ਉਦਘਾਟਨ ਪ੍ਰਾਈਮ ਪਏ ਹੀ ਮਿਨਿਸਟਰ ਰਹਿੰਦੇ ਆ। ਨਹੀਂ ਸਾਡੇ ਤੇ ਉਦਘਾਟਨ ਨਹੀਂ ਹੋਇਆ, ਕੰਮ ਉਦਘਾਟਨ ਵੀ ਨਹੀਂ ਹੋਇਆ। ਉਹ ਸ਼ੁਰੂ ਕਦੋਂ ਹੋਣਾ? ਕਿੰਨਾ ਨੰਬਰ ਮੈਨੂੰ 77 ਵਾਰਡ 77 ਵਾਰਡ ਨੰਬਰ ਤਾਂ ਆਪਣਾ ਨਾਮ ਦੱਸ ਦਿਓ। ਹਾਂਜੀ, ਮੇਰਾ ਵਾਰਡ ਹੈ 17 ਸ਼ੈਲੀ ਖੰਨਾ। ਵਾਰਡ 77 ਸ਼ਵੇਤਾ ਜੀ। ਮੇਰਾ ਵਾਰਡ 73 ਚੰਦਰਜੀਤ ਕੌਰ ਸੰਧਾ। ਤੇ ਮੈਡਮ ਤਿੰਨੋਂ ਤੁਹਾਡੇ ਵਾਰਡ ਵੈਸਟ ਹਲਕੇ ਚ? ਹਾਂਜੀ ਵੈਸਟ ਹਲਕੇ ਚ ਵੈਸਟ ਸੈਂਟਰ ਚ ਪੈਂਦਾ। ਹਾਂਜੀ ਮੈਡਮ ਵੈਸਟ ਹਲਕੇ ਦੀ ਜੇ ਗੱਲ ਕਰੀਏ, ਸਾਡੇ ਵੈਸਟ ਹਲਕੇ ਦੀ ਜੇ ਗੱਲ ਕਰੀਏ ਤੇ ਸੁਸ਼ੀਲ ਰਿੰਕੂ ਦੇ ਜਿਹੜੇ ਕਾਂਗਰਸ ਦੇ ਜਿਹੜੇ ਕਾਉਂਸਲਰ ਆ ਉੱਥੇ ਇਲੀਗਲ ਕਲੋਨੀ ਔਰ ਬਿਲਡਿੰਗ ਬਣਦੀਆਂ, ਉਹਦੇ ਬਾਰੇ ਕੀ ਕਹਿਣਾ? ਸਾਡੀ ਇੱਥੇ ਨਹੀਂ ਸੁਣਵਾਈ ਹੋ ਰਹੀ, ਉਹਨਾਂ ਬਾਰੇ ਕੀ ਕਹਿਣਾ ਤੁਸੀਂ ਦੱਸੋ? ਸਾਡੀ ਇੱਥੇ ਮੇਰ ਹੀ ਨਹੀਂ ਸੁਣਨਾ, ਅਸੀਂ ਐਮਐਲਏ ਸਾਹਿਬ ਨੂੰ ਕੀ ਕਹਿਣਾ? ਉਹ ਆਪਣੇ ਨਾਮ ਕਰਨ। ਮੈਡਮ ਬੀਜੇਪੀ ਉਹਦੇ ਬਾਰੇ ਆਵਾਜ਼ ਕਿਉਂ ਨਹੀਂ ਚੱਕਦੀ? ਬੀਜੇਪੀ ਜਿਹੜੀ ਆਪਣੇ ਕੰਮਾਂ ਵਾਸਤੇ ਬਾਤ ਦਵਾਈ ਜਾ ਰਹੀ ਹੈ ਤੇ ਬਾਕੀ ਕਿੱਥੇ ਕਰਨਗੇ ਭਾਜੀ? ਅਸੀਂ ਉੱਥੇ ਤੱਕ ਪਹੁੰਚ ਸਾਡੀ ਗਏ। ਸੀਵਰੇਜ ਤੁਹਾਨੂੰ ਇੱਕ ਗੱਲ ਦੱਸਾਂ, ਸਾਨੂੰ ਨਾ ਵਾਰਡ ਦੇ ਕੰਮਾਂ 'ਚ ਤਾਂ ਹੀ ਫਸਾਇਆ ਜਾ ਰਿਹਾ ਹੈ। ਇਹਨਾਂ ਦੇ ਇਹ ਵਾਲੇ ਕੰਮ ਨਾ ਕਰੋ ਤਾਂ ਕਿ ਇਹ ਓਵਰਲੀ ਲੜੀਆਂ ਛੇੜਨ ਹੀ ਨਾ, ਉੱਥੇ ਤੱਕ ਪਹੁੰਚ ਨਾ ਸਕੇ। ਐਮਐਲਏ ਜੋ ਕਰ ਰਿਹਾ ਹੈ ਉਹਦੇ ਤੇ ਅਸੀਂ ਤਾਂ ਪਹੁੰਚਾਂਗੇ ਜੇ ਅਸੀਂ ਆਪਣਾ ਵਾਰਡ ਦਾ ਕੰਮ ਨਿਬੇੜ ਚ। ਇਹ ਤਾਂ ਸਾਨੂੰ ਘੇਰ ਕੇ ਰੱਖਦੇ ਕਿਤੇ ਪਾਣੀ ਨਹੀਂ ਆ ਫਸੇ ਰਿਹਾ, ਰਹਿਣ। ਐਮਐਲਏ ਵੱਲ ਜਾਵੇ ਨਾ ਇਹਨਾਂ ਦਾ। ਰੌਲਾ ਪਾਉਂਦੇ ਜੀ ਸ਼ਹਿਰ ਦੀ ਗੱਲ ਨਾ ਕਰੋ, ਆਪਣੇ ਵਾਰਡ ਦੀ ਕਰੋ। ਆਪਣੇ ਵਾਰਡ ਦੀ ਕੀਤੀ ਉੱਠ ਕੇ ਚਲ ਗਏ। ਸ਼ਹਿਰ ਤੇ ਤਾਂ ਅਸੀਂ ਬਾਅਦ ਪਹੁੰਚਾਂਗੇ। ਮੈਮ ਗੁਰੂ ਗੋਬਿੰਦ ਸਿੰਘ ਐਵੇਨਿਊ ਵਾਲੀ ਜਿਹੜਾ ਰੋਡ ਆ ਉਹਦਾ ਅਪਡੇਟ ਕੀ ਆ? ਦੂਸਰੀ ਹਾਊਸ ਮੀਟਿੰਗ ਵਿੱਚ ਪਾਸ ਹੋਇਆ ਸੀ ਉਹ ਹਜੇ ਤੱਕ ਨਹੀਂ ਬਣੀ ਹੈ। ਮੈਂ ਤੇ ਵੀਰ ਕਹਿ ਰਹੀ ਹਾਂ ਕਿ ਆਓ ਮੇਰੇ ਵਾਰਡ 'ਚ ਤੁਸੀਂ ਵਿਜ਼ਿਟ ਕਰੋ ਜੀ, ਠੀਕ ਹੈ ਨਾ? ਉੱਥੇ ਦੇਖੋ ਹਾਲ ਕੀ ਹੈ ਜੀ। ਔਰ ਬਹੁਤ ਬੁਰਾ ਹਾਲ ਹੈ। ਠਾकुर ਸਿੰਘ ਕਲੋਨੀ 'ਚ ਜਾਓ, ਸੜਕਾਂ ਟੁੱਟੀਆਂ ਪਈਆਂ, ਰਿਪੇਅਰ ਪਤਾ ਨਹੀਂ ਕਿਦੋਂ ਸ਼ੁਰੂ ਕਰਨੀ ਹੈ, ਬੰਨੀਆਂ ਤੇ ਪਤਾ ਨਹੀਂ ਕਿਦੋਂ। ਜੀ ਅਸੀਂ ਤੁਹਾਨੂੰ ਬੁਲਾ ਰਹੇ ਹਾਂ, ਆਓ ਤੁਸੀਂ, ਤੁਹਾਡਾ ਸਵਾਗਤ ਹੈ। ਸੋ ਕੌਂਸਲਰ ਸਾਹਿਬਾਨਾਂ ਵੱਲੋਂ ਜਦੋਂ ਇਸ ਦੇਖਿਆ ਕਿ ਬੀਜੇਪੀ ਕੌਂਸਲਰ ਨਿਕਲ ਗਏ ਕਿਸ ਤਰ੍ਹਾਂ ਆਪਣਾ ਰੋਸ ਜ਼ਾਹਿਰ ਕਰ ਰਹੇ ਨੇ ਮੇਅਰ ਦੇ ਖਿਲਾਫ, ਉਹਨਾਂ ਦਾ ਕੋਈ ਉਹ ਟੈਨਸ਼ਨ ਸਟੇਜ ਵੀ ਮੁੱਦਾ ਨਹੀਂ ਚੱਕਿਆ ਗਿਆ। ਦੇਖੋ ਉਹਨਾਂ ਨੂੰ। ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜੇ ਕੌਂਸਲਰ ਨੇ ਉਹ ਆਪਣਾ ਪਾਣੀ ਪੀ ਰਹੇ ਨੇ, ਉਹਨਾਂ ਕੋਲ ਟੈਨਸ਼ਨ ਫਰੀ ਹੈਗੇ ਨੇ। ਉਹ ਤਾਂ ਤੁਸੀਂ ਦੇਖ ਸਕਦੇ ਹੋ ਮਤਲਬ ਮੀਟਿੰਗ ਛੱਡ ਕੇ ਚਲੇ ਗਏ ਤਾਂ ਇੱਥੋਂ ਉਹਨਾਂ ਨੇ ਜਿਹੜਾ ਵਾਕਆਊਟ ਕਰ ਦਿੱਤਾ ਗਿਆ। ਹੁਣ ਦੇਖ ਸਕਦੇ ਹੋ ਤੁਸੀਂ ਜਿਹੜਾ